ਇੱਥੇ ਅਸੀਂ ਕੁਝ ਇਹੋ ਜਿਹੇ ਲੋਕ ਦੇਖੇ ਹਨ ਜੋ ਕਿ ਸ਼ਾਇਦ ਚਲੋ ਆਪਣਾ ਪੋਲੀਟੀਕਲ ਕਰੀਅਰ ਚਮਕਾਉਣ ਲਈ ਵੀ ਆਏ ਨੇ, ਤੇ ਇਸ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਕਹਿੰਦੇ ਨੇ। ਆਜ਼ਾਦੀ ਹੀ ਹੱਲ ਆ ਵੀਰੇ, ਆਜ਼ਾਦੀ ਦੀ ਲੜਾਈ ਲੜ ਲਿਓ, ਬਹੁਤ ਲੰਬੀਆਂ ਲੜਾਈਆਂ, 100 ਸਾਲ ਚੱਲਦੀ ਆਜ਼ਾਦੀ ਦੀ ਲੜਾਈ। ਤਾਂ ਤੁਸੀਂ ਆ ਜਾਓ, ਤੁਸੀਂ ਕਿਉਂ ਕੈਨੇਡਾ ਅਮਰੀਕਾ 'ਚ ਬੈਠੇ ਹੋ, ਆਓ ਮੂਹਰੇ ਲੱਗੋ, ਅਸੀਂ ਤੁਹਾਡੇ ਪਿੱਛੇ ਲੱਗ ਜਾਾਂਗੇ। ਸਾਡੀਆਂ ਤਾਂ ਲੱਤਾਂ ਨਹੀਂ ਬਾਹਰ ਚੱਲਦੀਆਂ, ਤੁਹਾਡੀਆਂ ਤਾਂ ਚੱਲਦੀਆਂ ਨੇ, ਅੱਗੇ ਲੱਗੋ, ਆਪਣੇ ਬੱਚਿਆਂ ਨੂੰ ਵੀ ਲਿਆਓ, ਅਸੀਂ ਤੁਹਾਡੇ ਪਿੱਛੇ ਲੱਗਾਂਗੇ। ਨੌਜਵਾਨ ਕਿਉਂ ਨਹੀਂ ਜਾ ਰਹੇ? ਨੌਜਵਾਨ ਦੀਪ ਜਾਂ ਲੱਖੇ ਦੇ ਪਿੱਛੇ ਕਿਉਂ ਲੱਗ ਰਹੇ? ਮੈਂ ਨਾ ਇੱਕ ਸਵਾਲ ਕਰਨਾ ਚਾਹੂੰਗੀ, ਕੀ ਨੌਜਵਾਨ ਸਿਰਫ ਦੀਪ ਤੇ ਲੱਖਾ ਨੇ? ਕਿ ਅਸੀਂ ਨੌਜਵਾਨ ਨਹੀਂ ਜਾਂ ਅਸੀਂ ਗਧੇ ਹਾਂ? ਤਾਂ ਮੈਂ ਦੇਖਿਆ ਕਿ ਸਾਡੇ ਬਜ਼ੁਰਗਾਂ ਨੂੰ ਜਿਵੇਂ ਕੁੱਟਿਆ ਗਿਆ, ਸਾਡੇ 80 ਸਾਲ ਦੇ ਬਾਬੇ ਸੀਗੇ, ਠੀਕ ਆ, ਉਹਨਾਂ ਦੇ ਅੰਦਰ ਡੰਡੇ ਤੱਕ ਦਿੱਤੇ ਗਏ, ਉਹਨਾਂ ਦਾ 3rd ਡਿਗਰੀ ਟੌਰਚਰ ਕੀਤਾ ਗਿਆ, ਤੇ ਦੀਪ ਨੂੰ ਹੱਥ ਤੱਕ ਕਿਉਂ ਨਹੀਂ ਲਾਇਆ ਪੁਲਿਸ ਨੇ? ਸਾਰਿਆਂ ਨੇ ਦੇਖਿਆ, ਤੁਹਾਡਾ ਚੈਨਲ ਦੀ ਵੀ ਫੇਸਬੁੱਕ ਰੀਚ ਘਟੀ, ਮੇਰੀ ਤਾਂ ਬਿਲਕੁਲ ਹੀ ਡੈਡ ਹੋ ਗਈ, ਲੱਖੇ ਦਾ ਪੇਜ ਬੰਦ ਹੋ ਗਿਆ। ਇਹ ਸਵਾਲ ਨੇ, ਸੋਚੋ, ਦੀਪ ਦਾ ਪੇਜ ਨਹੀਂ ਬੰਦ ਹੋਇਆ, ਉਹਦੀ ਰੀਚ ਵੀ ਵਧੀ ਹੋਈ ਆ। ਕਾਮਰੇਡ ਕਹਿ ਦਿੱਤਾ ਜਾਂਦਾ, ਮੈਨੂੰ ਬਹੁਤ ਕੁਝ ਕਹਿ ਦਿੱਤਾ ਜਾਂਦਾ। ਰੀਜ਼ਨ ਕੀ ਆ ਕਿ ਮੈਂ ਜਿਹੜੇ ਅਖੌਤੀ ਖਾਲਿਸਤਾਨੀ ਆ, ਮੈਂ ਉਹਨਾਂ ਦਾ ਸਾਥ ਨਹੀਂ ਦਿੰਦੀ ਹੈਗੀ। ਹੁਣ ਜਦ ਦੀਪ ਕਹਿੰਦਾ ਹੈ ਕਿ ਮੈਨੂੰ ਆਗੂਆਂ ਤੇ ਪਹਿਰਾ ਦੇਣ ਦੀ ਲੋੜ ਹੈਗੀ, ਮੈਂ ਹੈ ਕੌਣ ਆ ਉਹ? ਕੌਣ ਆ ਉਹ ਪਹਿਰਾ ਦੇਣ ਵਾਲਾ? ਕਹਿੰਦੇ ਕਿ ਦੀਪ ਨੇ ਪਿੰਡ 'ਚ 200 ਜਣਿਆਂ ਦਾ ਇਕੱਠ ਕੀਤਾ, ਉਹਦੇ ਤੇ ਪਰਚਾ ਹੋ ਗਿਆ, ਤੇ ਖਨੌਰੀ ਵਾਲੇ ਪਾਸੇ ਨੂੰ ਉਗਰਾਹਾਂ ਨੇ ਹਜ਼ਾਰਾਂ ਦਾ ਇਕੱਠ ਕੀਤਾ, ਉਹਦੇ ਤੇ ਪਰਚਾ ਕਿਉਂ ਨਹੀਂ ਹੋਇਆ? ਕਿਉਂਕਿ ਉਹਦੇ ਨਾਲ ਗਰਾਊਂਡ ਤੇ ਹਜ਼ਾਰਾਂ ਲੋਕ ਨੇ। ਜਦੋਂ ਅੰਦੋਲਨ ਚੱਲਿਆ, ਦਲਜੀਤ ਦੋਸਾਂਝ ਨੇ ਬੋਲਤਾ ਕਿ ਮੈਂ 2 ਕਰੋੜ ਰੁਪਈਆ ਦੇਖਿਆ, ਪਤਾ ਕਰ ਲਿਓ ਕਿ 2 ਕਰੋੜ ਰੁਪਈਆ ਸੱਚੀ ਆ ਗਿਆ। ਢੱਡਰੀ ਵਾਲੇ ਬੋਲ ਕੇ ਆ ਗਏ ਕਿ ਮੈਂ ਪੈਸੇ, ਇਹਨਾਂ ਦੇ ਤਾਂ ਦੋਨਾਂ ਦੇ ਮੈਨੂੰ ਕਲੀਅਰ ਆ, ਕਿਉਂਕਿ ਬਾਰ-ਬਾਰ ਸਟੇਜ ਤੋਂ ਬੋਲਿਆ ਗਿਆ, ਬਾਈ ਜੀ ਇਹ ਬੋਲ ਕੇ ਗਏ ਸੀ ਪੈਸੇ ਦੇ ਦਿਓ, ਨਹੀਂ ਆਏ। ਅੱਜ ਕਿਸਾਨਾਂ ਦਾ ਮੋਰਚਾ ਜੋ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਆਇਆ ਹੈ, ਉਸ ਨੂੰ ਸਾਲ ਹੋ ਗਿਆ ਹੈ, ਔਰ 6 ਮਹੀਨੇ ਹੋ ਗਏ ਦਿੱਲੀ ਦੇ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ, ਕਠੋਰ ਸਰਕਮਸਟੈਂਸਸ ਬੈਠੇ ਹੋਏ ਨੇ। ਅੱਜ ਜਿਹੜਾ ਸਿੰਘੂ, ਟਿਕਰੀ ਪੰਜਾਬ ਦੇ ਛੋਟੇ ਪਿੰਡ ਨੇ, ਔਰ ਉਹ ਛੋਟੇ ਪਿੰਡਾਂ ਬਾਰੇ ਅਜੇ ਪ੍ਰਧਾਨ ਮੰਤਰੀ ਨੂੰ ਪਤਾ ਵੀ ਨਹੀਂ ਹੈ ਕਿ ਲੋਕ ਕੀ ਮੰਗਦੇ, ਉਹਨਾਂ ਦੀ ਚਾਹਤਾਂ ਕੀ ਨੇ। ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ, ਤੇ ਅੱਜ ਮੈਂ ਤੁਹਾਨੂੰ ਸਿਮਰਨਜੀਤ ਕੌਰ ਗਿੱਲ ਨਾਲ ਮਿਲਵਾਉਣ ਜਾ ਰਹੀ ਹਾਂ, ਜੋ ਬੜੇ ਦਿਨਾਂ ਬਾਅਦ ਸਾਡੇ ਚੈਨਲ 'ਤੇ ਆਏ ਨੇ। ਪਰ ਇਹ ਉਹ ਚਿਹਰਾ ਨੇ ਜਿਨ੍ਹਾਂ ਨੇ ਜਦ ਖਾਲੀ ਮਰਦਾਂ ਦੀ ਲੜਾਈ ਚੱਲ ਰਹੀ ਸੀ, ਔਰਤਾਂ ਦਾ ਚਿਹਰਾ ਬਣ ਕੇ, ਸਾਰੀ ਪੰਜਾਬ ਦੀ ਔਰਤਾਂ ਦਾ ਪ੍ਰਤੀਕ ਬਣ ਕੇ ਅੱਗੇ ਆਏ ਸਨ। ਪਰ ਇਹਨਾਂ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਮੈਂ ਔਰਤਾਂ ਦੀ ਲੜਾਈ ਵਾਸਤੇ ਆਈ ਹਾਂ, ਉਹ ਕਿਸਾਨੀ ਝੰਡੇ ਵਿੱਚ ਆਪਣੀ ਆਵਾਜ਼ ਰੋਸ਼ਨ ਕਰਨਾ ਹੈ ਸੀ। ਸਿਮਰਨ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਯਾਦ ਹੈ ਜਦ ਜਾਈਦਾ ਹੁੰਦਾ ਸੀਗਾ, ਜਦ ਪਹਿਲੇ ਦਿਨ ਸਿੰਘੂ ਦੇ ਮੋਰਚਾ ਲੱਗਿਆ ਸੀਗਾ, ਸ਼ਾਇਦ ਉਹ ਲੱਖਾਂ ਵਿੱਚ ਤੁਸੀਂ ਇਕੱਲੇ ਉੱਥੇ ਸੀਗੇ। ਜਦੋਂ ਪਹਿਲਾ 25 ਸਤੰਬਰ ਦਾ ਸੀ, ਯਾਦ ਆ, ਉਦੋਂ ਸਿਰਫ ਆਪਾਂ 2 ਔਰਤਾਂ ਸੀਗੀਆਂ ਉੱਥੇ। ਤੁਸੀਂ ਜਰਨਲਿਸਟ ਆਏ ਸੀਗੇ, ਤੇ ਮੈਂ ਜਦੋਂ ਟਰਾਲੀ ਦੇ ਉੱਤੇ ਬੋਲ ਕੇ ਆਈ ਸੀਗੀ ਕਿ ਤੁਹਾਨੂੰ ਘਰਾਂ ਦੇ ਵਿੱਚੋਂ ਔਰਤਾਂ ਵੀ ਕੱਢਣੀਆਂ ਪੈਣੀਆਂ ਨੇ, ਤੁਹਾਨੂੰ ਸਮਝਣਾ ਪਊਗਾ ਅੰਦੋਲਨ ਇਕੱਲੇ ਮਰਦਾਂ ਦੇ ਨਹੀਂ ਗੇ, ਇਹ ਸਾਂਝੀ ਆਬਾਦੀ ਦੀ ਲੜਾਈ ਹੈ, ਇਹ ਅੱਧੀ ਆਬਾਦੀ ਦੀ ਲੜਾਈ ਨਹੀਂ ਗੀ। ਤਾਂ ਉਸ ਸਮੇਂ ਆਪਾਂ ਦੋਨੋਂ ਸੀ, ਉਦੋਂ ਵੀ ਆਪਾਂ ਆਹੀ ਗੱਲ ਕੀਤੀ ਸੀਗੀ ਕਿ ਔਰਤਾਂ ਦੀ ਸ਼ਮੂਲੀਅਤ ਨਹੀਂ ਘੱਟ ਕਿਉਂ ਆ। ਪਰ ਖੈਰ, ਔਰਤਾਂ ਨੇ ਆਪਣਾ ਫਰਜ਼ ਨਿਭਾਇਆ, ਮੋਢੇ ਨਾਲ ਮੋਢਾ ਜੋੜ ਕੇ ਤੁਰੀਆਂ ਨੇ। ਜਿੰਨੇ ਸਾਡੇ ਬਜ਼ੁਰਗ ਇਸ ਚੀਜ਼ ਦੇ ਲਈ, ਅੰਦੋਲਨ ਦੇ ਲਈ ਕਹਿ ਲਓ ਕਿ ਤਾਰੀਫ ਦੇ ਕਾਬਿਲ ਨੇ, ਤਾਂ ਸਾਡੀਆਂ ਮਾਤਾਵਾਂ ਵੀ ਉਨੀਆਂ ਹੀ ਕਾਬਿਲ ਨੇ ਤਾਰੀਫ ਦੇ, ਕਿਉਂਕਿ ਉਹਨਾਂ ਨੇ ਵੀ ਬਿਲਕੁਲ ਪੂਰੀ ਤਰ੍ਹਾਂ ਜਿਵੇਂ ਯੋਗਦਾਨ ਪਾਉਣਾ ਆ, ਪਾਇਆ ਆ। ਪਰ ਇਸ ਨਾਲ ਅੰਦੋਲਨ ਨੂੰ ਤਾਕਤ ਮਿਲੀ ਹੈ, ਬਿਕੋਜ਼ ਉਹੀਓ ਲਾਠੀਆਂ ਬਹੁਤ ਤੇਜ਼ੀ ਨਾਲ ਚੱਲਣੀਆਂ ਸੀ, ਸ਼ਾਇਦ ਹੋਰ ਕੁਝ ਹੋ ਜਾਣਾ ਸੀ ਜੇ ਔਰਤਾਂ ਨਾਲ ਨਾ ਹੋਣ। ਬਿਲਕੁਲ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਆਈ ਥਿੰਕ ਦਸੰਬਰ ਦੇ ਵਿੱਚ ਨਹੀਂ, ਜਨਵਰੀ ਦੇ ਵਿੱਚ ਜਦੋਂ ਔਰਤ ਕਿਸਾਨ ਦਿਵਸ ਮਨਾਇਆ ਸੀਗਾ, ਤੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਔਰਤਾਂ ਨੂੰ ਤੇ ਬੱਚਿਆਂ ਨੂੰ ਧਰਨੇ ਤੋਂ ਦੂਰ ਰੱਖੋ। ਤੇ ਆਪਾਂ ਉਦੋਂ ਵੱਧ ਤੋਂ ਵੱਧ ਸ਼ਮੂਲੀਅਤ ਦਿਖਾਈ ਸੀਗੀ ਕਿ ਨਹੀਂ, ਕਿ ਇਹ ਸਾਨੂੰ ਦੂਰ ਕਿਉਂ ਕਰਨਾ ਚਾਹੁੰਦੇ ਸੀਗੇ ਕਿ ਔਰਤ ਦੇ ਉੱਤੇ ਜਦੋਂ ਲਾਠੀ ਬਰੂਗੀ, ਜਿਵੇਂ ਵੀ ਆ, ਜੋ ਮਰਜ਼ੀ ਆ, ਚਾਹੇ ਸਾਡੇ ਲਈ ਅਸੀਂ ਕਮਜ਼ੋਰ ਨਹੀਂ ਹੈਗੇ, ਸਾਡੇ ਲਈ ਅਸੀਂ ਬਰਾਬਰ ਦੇ ਹਾਂ, ਪਰ ਸਰਕਾਰਾਂ ਲਈ ਮਰਦ ਜਿਹੜੀ ਪਿੱਤਰ ਸੱਤਾ ਆ, ਉਹਦੇ ਲਈ ਤਾਂ ਔਰਤਾਂ ਕਮਜ਼ੋਰ ਨੇ। ਤਾਂ ਇਸ ਲਈ ਉਹਨਾਂ ਨੇ ਕਿਤੇ ਨਾ ਕਿਤੇ ਔਰਤਾਂ ਨੂੰ ਨਾਜ਼ੁਕ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਬਾਅਦ ਸ਼ਮੂਲੀਅਤ ਵੱਧ ਖੜੀਆਂ ਸੀ ਔਰਤਾਂ, ਉਸ ਨੂੰ ਵੀ ਟਾਲ ਹਟ। ਪਰ ਮੈਂ ਤੁਹਾਨੂੰ ਇਹ ਫੂਕ ਦੇਣ ਲਈ ਨਹੀਂ ਕਹਿ ਰਹੀ, ਮੈਂ ਸਿਰਫ ਇਸ ਲਈ ਕਹਿ ਰਹੀ ਕਿਉਂਕਿ ਮੈਂ ਤੁਹਾਨੂੰ ਇੰਨਾ ਸਾਲ ਹੋ ਗਿਆ, ਮੈਂ ਕਦੀ ਤੁਸੀਂ ਇਸ ਅੰਦੋਲਨ ਵਿੱਚ ਇਹ ਨਹੀਂ ਕਿਹਾ ਕਿ ਮੈਂ ਇਸ 'ਤੇ ਆਇਆ ਕਿ ਔਰਤਾਂ ਬਰਾਬਰ ਹੋਣ। ਤੁਸੀਂ ਕਿਸਾਨ ਦੀ ਆਵਾਜ਼ ਵਾਸਤੇ ਆਏ ਹੋ, ਨਾ ਤੁਸੀਂ ਖੇਤੀ ਕਰਦੇ ਹੋ ਤਾਂ ਨਾ ਮੈਂ ਖੇਤੀ, ਕਿਸਾਨ ਦੀ ਆਵਾਜ਼। ਪਰ
ਇੱਥੇ ਅਸੀਂ ਕੁਝ ਇਹੋ ਜਿਹੇ ਲੋਕ ਦੇਖੇ ਹਨ ਜੋ ਕਿ ਸ਼ਾਇਦ ਚਲੋ ਆਪਣਾ ਪੋਲੀਟੀਕਲ ਕਰੀਅਰ ਚਮਕਾਉਣ ਲਈ ਵੀ ਆਏ ਨੇ ਤੇ ਇਸ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਕਹਿੰਦੇ ਨੇ। ਨਹੀਂ, ਸਾਡੇ ਲੋਕਾਂ ਦੀ ਨਾ ਬੜੀ ਗਲਤ ਫਹਿਮੀ ਆ ਕਿ ਦੇਖੋ, ਹਾਂ ਠੀਕ ਹੈ, ਇਹਦੇ ਵਿੱਚ ਕੋਈ ਨਹੀਂ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਡਾ ਜਿਹੜਾ ਪੰਜਾਬ ਦਾ ਅੰਦੋਲਨ ਆ ਸਭ ਤੋਂ ਅੱਗੇ ਦਿਖਦਾ ਸੀ। ਠੀਕ ਹੈ, ਮੈਂ ਪੰਜਾਬੀ ਹਾਂ, ਮੇਰੇ ਲਈ ਵੀ ਪੰਜਾਬ ਦੇ ਹਿੱਤ ਕਿਸੇ ਚੀਜ਼ ਤੋਂ ਵੀ ਪਹਿਲਾਂ ਹੋਣਗੇ, ਪਰ ਜੋ ਇੱਕ ਸੱਚ ਆ ਕਿ ਕਿਸਾਨ ਦਾ ਕਿਸੇ ਖਿੱਤੇ ਦੇ ਨਾਲ, ਕਿਸੇ ਧਰਮ ਦੇ ਨਾਲ, ਕਿਸੇ ਜਾਤ ਦੇ ਨਾਲ ਤੇ ਕਿਸੇ ਲਿੰਗ ਦੇ ਨਾਲ, ਔਰਤ ਜਾਂ ਮਰਦ ਦੇ ਨਾਲ, ਜਾਂ ਫਿਰ ਕਿਸੇ ਟਰਾਂਸਜੈਂਡਰ ਦੇ ਨਾਲ, ਕਿਸੇ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕਿਸਾਨ ਇੱਕ ਕਿੱਤਾ ਆ ਤੇ ਉਹ ਕਿੱਤਾ ਆ ਜਿਹੜਾ ਸਾਨੂੰ ਸਭ ਨੂੰ ਅੰਨ ਦਿੰਦਾ। ਤੇ ਜਦੋਂ ਵੀ ਮੈਂ ਪਹਿਲੇ ਦਿਨ ਤੋਂ ਵੀ ਗੱਲ ਕੀਤੀ, ਅਸੀਂ ਸਾਰਿਆਂ ਨੇ ਗੱਲ ਕੀਤੀ ਆ ਕਿ ਇਹ ਲੜਾਈ ਹਰ ਉਸ ਇਨਸਾਨ ਦੀ ਆ ਜੋ ਰੋਟੀ ਖਾਂਦਾ ਆ। ਕਿਉਂਕਿ ਜੇ ਅਸੀਂ ਕਹਿ ਦਈਏ ਅਸੀਂ ਸ਼ਹਿਰ 'ਚ ਬੈਠੇ ਆ, ਰੋਟੀ ਜਦੋਂ ਸਾਡੀ ਮਹਿੰਗੀ ਹੋਊਗੀ ਤਕਲੀਫ ਸਾਨੂੰ ਵੀ ਹੋਣੀ ਆ। ਤੇ ਇਹ ਹਰ ਉਸ ਇਨਸਾਨ ਦੀ ਲੜਾਈ ਆ। ਸਾਨੂੰ ਇਸ ਚੀਜ਼ ਨੂੰ ਧਰਮਾਂ, ਜਾਤਾਂ, ਹੋਂਦ, ਉਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਗੱਲ ਕਰਨ ਦੀ ਲੋੜ ਆ। ਹਾਂ, ਹੋਂਦ ਉਸ ਵੇ ਨਾਲ ਜ਼ਰੂਰ ਹੋ ਸਕਦੀ ਆ ਕਿ ਜਦ ਸਾਡੇ ਕਹਿੰਦੇ ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਵੀ ਜੇ ਸਾਡੇ ਢਿੱਡ 'ਚ ਰੋਟੀ ਨਹੀਂ ਪਊਗੀ ਤਾਂ ਸਾਡੀ ਹੋਂਦ ਵੀ ਕਾਹਦੀ ਰਹਿ ਗਈ, ਅਸੀਂ ਜਿਉਂਦੇ ਹੀ ਕਾਹਦੇ ਰਹਿ ਗਏ। ਸੋ ਉਸ ਵੇ ਨਾਲ ਦੇਖ ਸਕਦੇ ਆ। ਦੂਜੀ ਗੱਲ ਇਹ ਹੈਗੀ ਆ ਕਿ ਖੇਤੀ ਹੈਗੀ ਆ ਹਰੇਕ ਕਿੱਤੇ ਦਾ ਮੋਢਾ, ਹਰੇਕ ਕਿੱਤੇ ਦਾ। ਸਟਾਰਟਿੰਗ ਹੀ ਦੇਖ ਲਓ, ਸ਼ਿਕਾਰ ਤੋਂ ਬਾਅਦ ਜੇ ਆਪਾਂ ਕਹਿ ਲਈਏ ਕਿ ਸਾਡੇ ਜੋ ਵੀ ਪੂਰਵਜ ਹੋਏ ਆ ਉਹਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਫਿਰ ਮਤਲਬ ਜਿਹੜੀ ਛੋਟੀ ਛੋਟੀ ਖੇਤੀ ਤੋਂ ਮਤਲਬ ਉਹ ਸ਼ੁਰੂ ਹੋਇਆ, ਤੇ ਇਸ ਕਰਕੇ ਵੀ ਖੇਤੀ ਨੂੰ ਹੋਂਦ ਦੀ ਲੜਾਈ ਕਹਿ ਦਿੰਦੇ ਆ। ਤੇ ਜਦੋਂ ਸਾਡੀ ਖੇਤੀ ਦੇ ਉੱਤੇ ਅਟੈਕ ਆ, ਨਾਲੇ ਖੇਤੀ ਦੇ ਉੱਤੇ ਇਕੱਲੀ ਤੇ ਅਟੈਕ ਹੋਂਦ ਦੀ ਲੜਾਈ ਮੈਂ ਇਸ ਲਈ ਤੁਹਾਨੂੰ ਖਾਸ ਕਰਕੇ ਪੁੱਛ ਰਹੀ ਹਾਂ ਬਿਕੋਜ਼ ਅੱਜ ਅਸੀਂ ਕੀ ਦੇਖ ਰਹੇ ਹਾਂ। ਅੱਜ ਮੇਰੀ ਸਵੇਰੇ ਵੀ ਸਿੰਘੂ ਟਿਕਰੀ ਤੇ ਗਾਜ਼ੀਪੁਰ ਬੈਠੇ ਜਿਹੜੇ ਯੂਥ ਆਗੂ ਨੇ, ਔਰ ਭਾਵੇਂ ਉਹ ਸਾਰੇ ਪੰਜਾਬੀ ਨੇ, ਸਿੱਖ ਨੇ, ਹਰਿਆਣੇ ਦੇ ਰਹਿਣ ਵਾਲੇ ਸੀ, ਤਾਂ ਉਹਨਾਂ ਵੱਲੋਂ ਇੱਕ ਸਵਾਲ ਚੁੱਕਿਆ ਗਿਆ ਕਿ ਜਿਹੜੇ ਪੰਜਾਬ ਦੀ ਯੂਥ ਹੈ ਨਾ ਉਹ ਪਿੱਛੇ ਹਟ ਗਈ ਹੈ। ਪੰਜਾਬ ਦੀ ਯੂਥ ਲੱਖਾ, ਦੀਪ ਤੇ ਤੁਸੀਂ ਥੋੜ੍ਹਾ ਪਿੱਛੇ ਹਟ ਗਏ ਹੋ, ਬਿਲਕੁਲ ਹੀ ਘੱਟ ਅੱਗੇ ਆਉਣੇ ਸ਼ੁਰੂ ਹੋ ਗਏ ਹੋ, ਤੇ ਇਸ ਮੁੱਦੇ ਵਿੱਚ ਅੜ ਗਈ ਹੈ। ਉਹਨਾਂ ਨੂੰ ਫਿਕਰ ਨਹੀਂ ਹੈ। ਔਰ ਮੈਂ ਜਦ ਤੁਸੀਂ ਵੀ ਜਾ ਕੇ ਦੇਖਿਆ ਕਿ ਉੱਥੇ ਜਿਹੜੇ ਬਜ਼ੁਰਗ ਕਿਸਾਨ ਹੈ ਉਹ ਮਤਲਬ 60-70 ਦੀ ਉਮਰ ਦੀ, ਹੱਡਾਂ ਕਿੰਨੀਆਂ ਦਰਦ, 90 ਸਾਲ ਦੀ, ਬਿਲਕੁਲ ਮਤਲਬ ਉਸ ਤੋਂ ਵੱਧ ਉਮਰ ਦੇ ਲੋਕ ਬੈਠੇ ਨੇ, ਔਰ ਹੱਡਾਂ ਕਿੰਨੀਆਂ ਦਰਦ ਹੁੰਦੀਆਂ ਹੋਣਗੀਆਂ, ਕਿੰਨੀ ਠੰਡ ਵਿੱਚ। ਪਿੱਛੇ ਅਸੀਂ ਤੂਫਾਨ ਵਿੱਚ ਦੇਖਿਆ, ਉੱਥੇ ਕੋਈ ਸਰਕਾਰ ਨਹੀਂ ਉਹਨਾਂ ਨੂੰ ਬਚਾਉਣ ਗਈ, ਆਪੇ ਸਭ ਕੁਝ ਕਰਨਾ ਪਿਆ। ਉਹ ਲੋਕ ਹੀ ਸਫਾਈ ਕਰਦੇ, ਕੁਛ ਲੋਕ ਡਾਕਟਰ ਵਗੈਰਾ ਬੈਠੇ ਨੇ, ਬਟ ਨੌਜਵਾਨ ਕਿਉਂ ਨਹੀਂ ਜਾ ਰਹੇ? ਨੌਜਵਾਨ ਦੀਪ ਜਾਂ ਲੱਖੇ ਦੇ ਪਿੱਛੇ ਕਿਉਂ ਲੱਗ ਰਹੇ ਨੇ? ਮੈਂ ਤੁਹਾਨੂੰ ਪੁੱਛ ਰਿਹਾ ਬਿਕੋਜ਼ ਤੁਸੀਂ ਉਹਨਾਂ ਦੇ ਨਾਲ ਸੀ। ਤੁਸੀਂ ਨੌਜਵਾਨ ਆਗੂ ਹੋ ਜਿਨ੍ਹਾਂ ਨੂੰ ਦੇਖ ਕੇ ਕੁੜੀਆਂ ਆਈਆਂ, ਜਿਨ੍ਹਾਂ ਨੂੰ ਦੇਖ ਕੇ ਨੌਜਵਾਨ ਆਏ। ਨਹੀਂ, ਮੈਂ ਨਾ ਇੱਕ ਸਵਾਲ ਕਰਨਾ ਚਾਹੂੰਗੀ, ਕੀ ਨੌਜਵਾਨ ਸਿਰਫ ਦੀਪ ਤੇ ਲੱਖਾ ਨੇ? ਕਿ ਅਸੀਂ ਨੌਜਵਾਨ ਨਹੀਂ, ਜਾਂ ਅਸੀਂ ਗਧੇ ਆ? ਸਾਡੀ ਉਮਰ ਵੀ ਤਾਂ ਉਨੀ ਆ, ਜਾਂ ਸਾਡੇ ਵਰਗੇ, ਜਾਂ ਕਨਵਰ ਗਰੇਵਾਲ, ਜਾਂ ਜਸ ਬਾਜਵਾ, ਜਾਂ ਜਿਹੜੇ ਕਿਸਾਨ ਯੂਨੀਅਨਾਂ ਦੇ ਵਿੱਚ ਨੌਜਵਾਨ ਨੇ, ਕੀ ਉਹ ਨੌਜਵਾਨ ਨਹੀਂ ਹੈਗੇ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਨੌਜਵਾਨੀ ਤੇ ਕਿਸਾਨ, ਨੌਜਵਾਨ ਕਿਸਾਨ ਏਕਤਾ, ਯਾਰ ਕਿਸਾਨ ਤਾਂ ਨੌਜਵਾਨ ਵੀ ਆ। ਇੱਕ ਤਾਂ ਇਹ ਕਨਸੈਪਟ ਗਲਤ ਆ, ਇਹ ਜਿਹੜਾ ਇਹ ਤੇ ਦੂਜੀ ਗੱਲ ਜਿਹੜਾ ਘੱਟ ਆ ਗੱਲ ਆ ਕਿ ਸੋਸ਼ਲ ਮੀਡੀਆ ਦਾ ਜਦੋਂ ਇੰਨੇ ਟਰੋਲ ਬਣਨਗੇ, ਇੰਨਾ ਕੁਝ ਹੋਊਗਾ, ਜਾਈਦਾ ਆ, ਆਪਣਾ ਫਰਜ਼ ਨਿਭਾਈਦਾ ਆ, ਪਰ ਸੋਸ਼ਲ ਮੀਡੀਆ ਨੂੰ ਅਵੋਇਡ ਕਰਨ ਲੱਗ ਗਏ ਸੀ। ਪਰ ਬਾਅਦ ਵਿੱਚ ਮੈਂ ਸੋਚਿਆ ਕਿ ਇਸ ਚੀਜ਼ ਦੇ ਨਾਲ ਨੁਕਸਾਨ ਹੋ ਰਿਹਾ, ਕਿਉਂਕਿ ਜੇ ਉੱਥੇ ਜਾ ਕੇ ਅਸੀਂ ਸੋਸ਼ਲ ਮੀਡੀਆ ਨੂੰ ਦੇ ਰਾਹੀਂ ਸ਼ੋਅ ਨਹੀਂ ਕਰਾਂਗੇ, ਜਾਂ ਮੈਂ ਇੰਟਰਵਿਊਜ਼ ਬੰਦ ਕਰਤੇ, ਇਹ ਥੋੜ੍ਹੇ ਜਿਹੇ ਤਾਂ ਮੇਰੇ ਤਾਂ ਚਲੋ ਮੇਰੇ ਬਿਮਾਰ ਸੀਗੀ ਉਦੋਂ ਦੀ, ਮੈਂ ਫੈਬਰਰੀ ਦੇ ਵਿੱਚ ਜਦੋਂ ਉੱਥੇ ਸੀਗੀ, ਉੱਥੇ ਹਸਪੀਟਲ ਐਡਮਿਟ ਹੋ ਗਈ। ਆਉਂਦੇ ਸਾਰ ਮੈਨੂੰ ਟਾਈਫਾਈਡ ਹੋ ਗਿਆ। ਟਾਈਫਾਈਡ ਦੇ ਵਿੱਚ ਮੈਂ ਜੇ ਉੱਥੇ ਗਈ ਸਾਡੇ ਰਿਸ਼ਤੇ 'ਚ ਥੋੜ੍ਹਾ ਘੁੰਮਣ ਗਏ, ਅਤੇ ਉਦੋਂ ਬਾਅਦ ਵਿੱਚ ਡੈਥਸ ਹੋ ਗਈਆਂ। ਉਦੋਂ ਬਾਅਦ 'ਚ ਆਉਂਦੇ ਮੇਰਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਤੋਂ ਬਾਅਦ ਫਿਰ ਮਤਲਬ ਬਿਮਾਰ ਹੋ ਗਈ, ਫਿਰ ਟਾਈਫਾਈਡ ਹੋ ਗਿਆ, ਸੌਰੀ ਕੋਵਿਡ ਹੋ ਗਿਆ, ਫਿਰ ਕੁਆਰੰਟਾਈਨ। ਹੁਣ ਫਾਈਨਲੀ ਫਿਰ ਉਹਦੇ ਕਰਕੇ ਜੋ ਵੀ ਵੀਕਨੈਸ ਹੋਈਆਂ, ਅਤੇ ਐਕਸੀਡੈਂਟ ਕਰਕੇ ਮੈਨੂੰ ਹੱਡੀ ਟੁੱਟ ਗਈ ਸੀਗੀ, ਅਤੇ ਇਹਦੇ ਕਰਕੇ ਬੋਲਿਆ ਨਹੀਂ ਜਾਂਦਾ ਸੀਗਾ। ਸੋ ਉਹ ਸਾਰੀਆਂ ਪ੍ਰੋਬਲਮ ਕਰਕੇ ਬੋਲਣਾ ਬੰਦ ਹੋਇਆ ਸੀ, ਪਰ ਮੇਰਾ ਲਿਖਣਾ ਕਦੇ ਬੰਦ ਨਹੀਂ ਹੋਇਆ, ਅਤੇ ਨਾ ਉੱਥੇ ਜਾਣਾ ਬੰਦ ਹੋਇਆ। ਮੇਰੀ ਟੀਮ ਅੱਜ ਵੀ ਉੱਥੇ ਬੈਠੀ ਆ, ਸਾਡੀ ਟਰਾਲੀ ਅੱਜ ਵੀ ਉੱਥੇ ਆ। ਸਾਡਾ ਜਿਹੜਾ ਪਰਮਦੀਪ ਵੈਦਵਾਨ ਮੇਰੇ ਵੀਰ ਜੀ ਨੇ, ਉਹ ਲੰਗਰ ਸਾਡਾ ਅੱਜ ਵੀ ਉੱਥੇ ਚੱਲ ਰਿਹਾ ਆ। ਕੋਈ ਵੀ ਜਾ ਕੇ ਦੇਖ ਲਓ, ਰੋਡੀਓ ਮਾਲ ਦੇ ਸਾਹਮਣੇ ਸਾਡਾ ਮੋਹਾਲੀ ਪੁਆਧ ਕਿਸਾਨ ਯੂਨੀਅਨ ਦਾ ਉਹਨਾਂ ਦਾ ਲੰਗਰ ਆ, ਅੱਜ ਵੀ ਚੱਲ ਰਿਹਾ ਆ। ਮਤਲਬ ਸਾਡੇ ਵੱਲੋਂ ਕਦੇ ਵੀ ਉਹ ਚੀਜ਼ ਨਹੀਂ। ਗੱਲ ਇਹ ਹੋ ਗਈ ਕਿ ਕਈ ਵਾਰ ਉਹ ਦੇਖ ਕੇ ਟਰੋਲ ਦੇਖ ਕੇ ਮੈਂ ਸੋਸ਼ਲ ਮੀਡੀਆ ਤੋਂ ਥੋੜ੍ਹਾ ਪਿੱਛੇ ਹਟ ਗਈ ਕਿ ਨਹੀਂ, ਮੈਂ ਸੋਸ਼ਲ ਮੀਡੀਆ 'ਤੇ ਨਹੀਂ ਆਉਣਾ, ਕਿਉਂਕਿ ਪੰਜਾਬ ਸੋਸ਼ਲ ਮੀਡੀਆ ਕੀ ਸਵੇਰੇ ਵੀ ਕਹਿੰਦੇ ਵੀ ਪੰਜਾਬ ਦੀ ਜਿਹੜੀ ਫੇਸਬੁੱਕ 'ਤੇ ਥੋੜ੍ਹੀ ਜਿਹੀ ਗਲਤ ਰਾਹ ਚੱਲਦੀ ਹੈ। ਮੈਂ ਵਾਰ-ਵਾਰ ਦੀਪ ਤੇ ਲੱਖੇ ਬਾਰੇ ਪੁੱਛਦੀ ਹਾਂ ਬਿਕੋਜ਼ ਇਹਨਾਂ ਬਾਰੇ ਵਿਵਾਦ ਚੱਲਦਾ। ਲੱਖੇ ਨੂੰ ਚਲੋ ਜਥੇਬੰਦੀਆਂ ਨੇ 2-3 ਸਵਾਲ ਨੇ।
ਇੱਕ ਛੋਟੀ ਜਿਹੀ ਚੀਜ਼ ਆ, ਅਸੀਂ ਸਾਰਿਆਂ ਨੇ ਦੇਖਿਆ ਤੁਹਾਡਾ ਚੈਨਲ ਦੀ ਵੀ ਫੇਸਬੁੱਕ ਰੀਚ ਘਟੀ, ਮੇਰੀ ਤਾਂ ਬਿਲਕੁਲ ਹੀ ਡੈਡ ਹੋ ਗਈ, ਲੱਖੇ ਦਾ ਪੇਜ ਬੰਦ ਹੋ ਗਿਆ। ਇਹ ਸਵਾਲ ਨੇ, ਪਰ ਸੋਚੋ ਦੀਪ ਦਾ ਪੇਜ ਨਹੀਂ ਬੰਦ ਹੋਇਆ, ਉਹਦੀ ਰੀਚ ਵੀ ਵਧੀ ਹੋਈ ਆ। ਇਹ ਇੱਕ ਸਵਾਲ ਆ, ਇਹ ਮੈਨੂੰ ਨਹੀਂ ਪਤਾ, ਮੇਰੇ ਦਿਮਾਗ ਦੇ ਵਿੱਚ ਇਹ ਸਵਾਲ ਆ ਵੀ ਐਂ ਕਿਉਂ ਹੋਇਆ, ਲੱਖੇ ਦਾ ਪੇਜ ਕਿਉਂ ਬੰਦ ਕੀਤਾ ਗਿਆ, ਸੋਚਣ ਵਾਲੀ ਗੱਲ ਆ। ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ। ਫਿਰ ਮੈਨੂੰ ਨਹੀਂ ਪਤਾ ਹੈਗਾ ਵੀ ਕੀ ਆ। ਦੀਪ ਜੇ ਸਾਡਾ ਸਾਥੀ ਆ, ਦੀਪ ਦਾ ਜਦੋਂ ਜੇਲ੍ਹ ਤੋਂ ਆਇਆ ਉਹਨੇ ਕਿਹਾ ਕਿ ਆਪਾਂ ਰਲ ਕੇ ਚੱਲੀਏ, ਮੈਂ ਉਸ ਚੀਜ਼ ਦਾ ਐਪਰੀਸ਼ੀਏਟ ਕਰਦੀ ਹਾਂ। ਮੈਂ ਵੀ ਕਿਹਾ ਕਿ ਵੀਰੇ ਜੇ ਕਿਸਾਨੀ ਦੀ ਲੜਾਈ ਦੇ ਵਿੱਚ ਨਾਲ ਹੋ ਤਾਂ ਆਪਾਂ ਤੁਹਾਡੇ ਨਾਲ ਆ, ਰਾਜਨੀਤੀ ਤੋਂ ਦੂਰ। ਉਹਨੂੰ ਵੀ ਪੁੱਛਿਆ ਜਾ ਸਕਦਾ, ਮੈਂ ਉਹਨੂੰ ਜਿੱਦਣ ਉਹਦਾ ਫੋਨ ਆਇਆ ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਮੈਂ ਭਰਾ ਕਿਹਾ ਆ, ਮੈਂ ਕਿਹਾ ਤੁਸੀਂ RSS ਹੈਗੇ ਹੋ ਨਹੀਂ ਹੈਗੇ, ਮੈਂ ਕਿਹਾ ਇਹ ਡਾਊਟ ਆ, ਕਿਉਂ ਆ, ਹਾਲਾਤਾਂ ਨੇ ਸਾਨੂੰ ਡਾਊਟ ਪੈਦਾ ਕੀਤੇ, ਔਰ ਡਾਊਟ ਆ, ਇਹ ਮੇਰਾ ਰਾਈਟ ਟੂ ਐਕਸਪ੍ਰੈਸ਼ਨ ਆ। ਜੇ ਮੈਨੂੰ ਕਿਸੇ ਚੀਜ਼ ਦਾ ਡਾਊਟ ਹੋਊਗਾ ਮੈਂ ਉਹਨੂੰ ਐਕਸਪ੍ਰੈਸ ਕਰੂੰਗੀ ਕਿ ਮੈਨੂੰ ਲੱਗ ਰਿਹਾ ਆ, ਹੈਗੇ ਉਹ ਨਹੀਂ ਹੈਗੇ ਇਹ ਰੱਬ ਜਾਣਦਾ ਆ। ਹੁਣ ਜੋ ਸਿਚੁਏਸ਼ਨ ਆ ਮੈਨੂੰ ਨਹੀਂ ਪਤਾ ਹੈਗਾ ਵੀ ਹੈ ਕਿ ਨਹੀਂ ਹੈ, ਪਰ ਸਵਾਲ ਹੈਗੇ ਨੇ। ਕੋਰਟ ਦੇ ਵਿੱਚ ਜਾ ਕੇ ਬਾਕੀ, ਕਿਉਂਕਿ ਮੈਂ ਉੱਥੇ ਨੇੜੇ ਹੋ ਕੇ ਕੰਮ ਕੀਤਾ, ਮੈਂ ਦੇਖਿਆ ਕਿ ਸਾਡੇ ਬਜ਼ੁਰਗਾਂ ਨੂੰ ਜਿਵੇਂ ਕੁੱਟਿਆ ਗਿਆ। ਸਾਡੇ 80 ਸਾਲ ਦੇ ਬਾਬੇ ਸੀਗੇ, ਠੀਕ ਆ, ਉਹਨਾਂ ਦੇ ਅੰਦਰ ਡੰਡੇ ਤੱਕ ਦਿੱਤੇ ਗਏ, ਉਹਨਾਂ ਦਾ 3rd ਡਿਗਰੀ ਟੌਰਚਰ ਕੀਤਾ ਗਿਆ। ਫਿਰ ਦੀਪ ਨੂੰ ਹੱਥ ਤੱਕ ਕਿਉਂ ਨਹੀਂ ਲਾਇਆ ਪੁਲਿਸ ਨੇ, ਇਹ ਸਵਾਲ ਆ। ਦੀਪ ਤਾਂ ਮੇਨ ਕਲਪਰੇਟ ਸੀ ਨਾ, ਉਹਨਾਂ ਨੇ ਉਹਦੇ ਉੱਤੇ ਮਤਲਬ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਕਲਪਰੇਟ ਸੀ, ਉਹਦੇ ਉੱਤੇ ਲੱਖ ਰੁਪਏ ਦਾ ਇਨਾਮ ਸੀ, ਤਾਂ ਉਹਦੇ ਨਾਲ ਕਿਉਂ ਨਹੀਂ ਹੋਇਆ? ਚਲੋ ਚੰਗੀ ਗੱਲ ਆ ਨਹੀਂ ਹੋਇਆ, ਬਟ ਸੋਚਣ ਵਾਲੀ ਗੱਲ ਆ, ਸਾਡੇ ਬਜ਼ੁਰਗਾਂ ਨੂੰ ਕੁੱਟਿਆ ਗਿਆ, ਜੋ ਕੋਈ ਆਗੂ ਨਹੀਂ ਸੀਗੇ, ਜੋ ਕੁਛ ਵੀ ਨਹੀਂ ਸੀਗੇ, ਉਹ ਇੱਕ ਸਪੋਰਟਰ ਸੀਗੇ। ਫਿਰ ਉਹਨਾਂ ਦੀਆਂ ਚਲੋ ਜ਼ਮਾਨਤਾਂ ਹੋਈਆਂ, ਸਾਰਾ ਕੁਝ ਹੋਇਆ, ਇਹਨਾਂ ਦੀ ਲਾਸਟ 'ਚ ਜ਼ਮਾਨਤ ਹੁੰਦੀ ਆ, ਤੇ ਫਿਰ ਇਹਨਾਂ ਦੇ ਵਕੀਲ ਉੱਥੇ ਪੱਖ ਰੱਖਦੇ ਆ ਕਿ ਇਹ ਤਾਂ ਮਤਲਬ ਗਲਤ ਸਮੇਂ ਦੇ ਉੱਤੇ ਕਿਸੇ ਜਗ੍ਹਾ 'ਤੇ ਪਹੁੰਚਣਾ, ਮਤਲਬ ਇਹ ਵੀ ਚੀਜ਼ਾਂ ਦੇ ਉੱਤੇ ਕਿਸੇ ਨੇ ਉਹਨਾਂ ਨੂੰ ਸਵਾਲ ਨਹੀਂ ਕੀਤੇ। ਫਿਰ ਉਹ ਉੱਥੇ ਜਾ ਕੇ ਪਲੀ ਲੈਂਦੇ ਨੇ ਕਿ ਇਹ ਤਾਂ ਪੁਲਿਸ ਦੀ ਮਦਦ ਕਰ ਰਹੇ ਸੀ। ਇੱਕ ਪਾਸੇ ਰੂਟ ਨੂੰ ਇਸ਼ੂ ਬਣਾ ਲਿਆ ਗਿਆ, ਇੱਕ ਪਾਸੇ ਦੇਖੋ ਹੁਣ 26 ਵਾਲੀ ਘਟਨਾ ਤੇ ਨੇ, 26 ਨੂੰ ਸਾਡਾ ਮਾਰਚ ਸੀਗਾ, ਰੂਟ ਦਾ ਸਾਡਾ ਕੋਈ ਇਸ਼ੂ ਨਹੀਂ ਸੀ। ਸਾਡਾ ਇਸ਼ੂ ਸੀਗਾ ਕਿ 26 ਜਨਵਰੀ ਹੈ, ਇੰਟਰਨੈਸ਼ਨਲ ਮੀਡੀਆ ਆਇਆ ਹੋਇਆ ਆ, ਅਸੀਂ ਉਹ ਮੀਡੀਆ ਸਾਨੂੰ ਕਵਰ ਕਰੇ, ਇਸ ਲਈ ਆਪਾਂ ਇੱਕ ਪੈਰਲਰ ਮਾਰਚ ਰੱਖਣੀ ਆ। ਉਹ ਮਾਰਚ ਕਿਤੇ ਵੀ ਹੋ ਸਕਦੀ ਸੀ, ਪਰ ਰੂਟ ਦਾ ਇਸ਼ੂ ਬਣਾਇਆ ਗਿਆ। ਚਲੋ ਰੂਟ ਦਾ ਇਸ਼ੂ ਬਣ ਗਿਆ। ਮੈਂ ਕਿਤੇ ਸਰਕਾਰ ਨਾਲ ਸਹਿਮਤੀ ਰੱਖਦੀ ਹਾਂ ਕਿ ਵੀ ਜਿਸ ਦਿਨ ਆਪਣਾ 26 ਜਨਵਰੀ ਹੁੰਦਾ ਹੈਗਾ, ਡਰ ਹੁੰਦਾ ਹੈਗਾ, ਤੇ ਆਪਣੇ ਦੇਸ਼ ਦੀ ਇੱਜ਼ਤ ਵਾਸਤੇ ਅਸੀਂ ਜੇ ਬਾਹਰ ਰੋਡ ਮਾਰਦੇ ਕੋਈ ਮਾੜੀ ਚੀਜ਼ ਮੰਨ ਗਈ, ਉਹੀ ਗੱਲ ਕਹਿ ਰਹੀ ਹਾਂ, ਮੈਂ ਵੀ ਉਹੀ ਗੱਲ ਕਹਿ ਰਹੀ ਹਾਂ। ਤੇ ਸਾਨੂੰ ਕੋਈ ਦਿੱਕਤ ਨਹੀਂ ਗੀ। ਦੇਖੋ ਸਾਡੀ ਲੜਾਈ ਇੱਕ ਗਲਤ ਸੱਤਾ ਦੇ ਵਿਰੁੱਧ ਆ, ਸਾਡੇ ਕਨਸਟੀਟਿਊਸ਼ਨ ਦੇ ਵਿਰੁੱਧ ਲੜਾਈ ਨਹੀਂ ਗੀ, ਬਲਕਿ ਉਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਲੜਾਈ ਆ। ਤੇ ਸਾਡੀ ਲੜਾਈ ਤਿਰੰਗੇ ਦੇ ਵਿਰੁੱਧ ਵੀ ਨਹੀਂ ਹੈਗੀ, ਪਰ ਆਹੀ ਗੱਲਾਂ ਸਮਝਣ ਦੇ ਵਿੱਚ ਸਾਡੇ ਹੀ ਕੁਝ ਲੋਕਾਂ ਨੂੰ ਦਿੱਕਤ ਹੋ ਰਹੀ ਆ। ਹੁਣ ਮੈਂ ਸਿਰਫ ਉੱਥੇ ਆ ਜਿਹੜੇ ਲੋਕ ਸਾਡਾ ਟਰੋਲ ਬਣਾਉਂਦੇ ਸੀਗੇ, ਜਦੋਂ ਮੈਂ ਕਹਿੰਦੀ ਆ ਅਸੀਂ ਤਾਂ ਠੋਕ ਕੇ ਬੋਲਿਆ, ਅੱਜ ਤੱਕ ਬੋਲਿਆ ਆ ਕਿ ਸੁਪਰੀਮ ਕੋਰਟ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ। ਵਕੀਲ ਹੋ ਕੇ ਵੀ ਇਹ ਗੱਲ ਬੋਲਦੀ ਹੈ ਕਿ ਜੇ ਸਾਡੇ ਪਰਸਨਲ ਮੈਟਰ ਆ ਤਾਂ ਸਾਨੂੰ ਕਾਨੂੰਨ ਤੋਂ ਮਦਦ ਮਿਲਦੀ ਆ, ਜਸਟਿਸ ਮਿਲਦੀ ਆ, ਪਰ ਜਦੋਂ ਲੜਾਈ ਸਟੇਟ ਦੇ ਖਿਲਾਫ ਹੁੰਦੀ ਆ, ਨਾ ਅੱਜ ਤੱਕ ਅਦਾਲਤਾਂ ਤੋਂ ਇਨਸਾਫ ਮਿਲਿਆ, ਨਾ ਅੱਗੇ ਮਿਲਣਾ ਆ। ਸਾਡੇ ਇੰਨੇ ਸਿੰਘ ਜਿਹੜੇ ਹੈਗੇ ਆ ਉਹ ਮਤਲਬ ਜੇਲ੍ਹਾਂ ਦੇ ਵਿੱਚ ਨੇ, ਸਾਡੇ ਇੰਨੇ ਸਾਇੰਟਿਸਟ ਨੇ ਉਹ ਜੇਲ੍ਹਾਂ ਦੇ ਵਿੱਚ, ਮਤਲਬ ਜਿਹੜਾ ਵੀ ਜਰਨਲਿਸਟ ਆ ਉਹ ਜੇਲ੍ਹਾਂ ਦੇ ਵਿੱਚ ਆ, ਜਿਹੜਾ ਆਵਾਜ਼ ਚੱਕਦਾ ਉਹਦੀ ਆਵਾਜ਼ ਦੱਬੀ ਜਾਂਦੀ ਆ, ਉਹਦਾ ਸੋਸ਼ਲ ਮੀਡੀਆ ਅਕਾਊਂਟ, ਲੱਖੇ ਦਾ ਅਕਾਊਂਟ ਬੰਦ ਹੁੰਦਾ ਆ, ਉਹ ਬੰਦ ਕੀਤੇ ਜਾਂਦੇ ਨੇ। ਪਰ ਮੇਰਾ ਗੱਲ ਉਹ ਨਹੀਂ ਗੀ ਕਿ ਜਿਹੜਾ ਬੰਦਾ ਬੋਲਦਾ ਆ ਕਿ ਅਸੀਂ ਤਿਰੰਗੇ ਦੇ ਨਾਲ ਨਹੀਂ ਜਾਣਾ, ਸਾਡੀ ਲੜਾਈ ਤਿਰੰਗੇ ਨਾਲ ਆ, ਇਹ ਇੰਟਰਵਿਊ ਆ, ਸੁਣੀ ਹੋਈ ਆ। ਮੈਂ ਸਿਰਫ ਮੈਨੂੰ ਉਹ ਚੀਜ਼ਾਂ ਸ਼ੱਕ ਦੇ ਘੇਰੇ 'ਚ ਲਿਆਉਂਦੀਆਂ ਨੇ, ਕਿਉਂਕਿ ਮੇਰੀ ਆਜ਼ਾਦੀ ਆ ਸੋਚਣ ਦੀ, ਮੈਨੂੰ ਸ਼ੱਕ ਹੁੰਦਾ ਆ। ਫਿਰ ਜੇਲ੍ਹ 'ਚੋਂ ਆ ਕੇ ਉਹ ਬੰਦਾ ਜਦੋਂ ਬੋਲਦਾ ਆ ਕਿ ਮੈਨੂੰ ਅਦਾਲਤ ਨੇ ਇਨਸਾਫ ਦਿੱਤਾ, ਬਾਕੀ ਸਿੰਘਾਂ ਨਾਲ ਇਨਸਾਫ ਨਹੀਂ ਹੋਇਆ। ਹੁਣ ਆਮ ਸੌਰੀ, ਮੈਂ ਇਹ ਗੱਲ ਵੀ ਬੋਲੂੰਗੀ, ਪਰ ਮੈਨੂੰ ਆ ਕੇ ਕੋਈ ਆ ਕੇ ਕਹਿੰਦਾ ਕਿ ਮੇਰੇ ਤੇ ਪਹਿਰਾ ਲੱਗਿਆ ਹੋਇਆ ਸੀ, ਕਿ ਜਗਤਾਰ ਸਿੰਘ ਹਵਾਰਾ ਤੇ ਪਹਿਰਾ ਨਹੀਂ ਲੱਗਦਾ, ਉਹਨਾਂ ਨੂੰ ਇਨਸਾਫ ਕਿਉਂ ਨਹੀਂ ਮਿਲਦਾ? ਇਹ ਸਵਾਲ ਨੇ। ਜੇ ਕਿਉਂਕਿ ਮੈਂ ਇੱਕ ਸਿੱਖ ਕੌਮ ਨਾਲ ਸੰਬੰਧ ਰੱਖਦੀ ਹਾਂ, ਠੀਕ ਆ, ਪਰ ਮੈਨੂੰ ਕਾਮਰੇਡ ਕਹਿ ਦਿੱਤਾ ਜਾਂਦਾ, ਮੈਨੂੰ ਬਹੁਤ ਕੁਝ ਕਹਿ ਦਿੱਤਾ ਜਾਂਦਾ। ਰੀਜ਼ਨ ਕੀ ਆ ਕਿ ਮੈਂ ਜਿਹੜੇ ਅਖੌਤੀ ਖਾਲਿਸਤਾਨੀ ਆ, ਮੈਂ ਉਹਨਾਂ ਦਾ ਸਾਥ ਨਹੀਂ ਦਿੰਦੀ ਹੈਗੀ, ਕਿਉਂਕਿ ਮੇਰੇ ਲਈ ਜੋ ਖਾਲਸਾ ਆ ਉਹ ਬਹੁਤ ਉੱਚੀ ਚੀਜ਼ ਆ, ਜੋ ਸੱਚ ਆ।
ਪਰ ਜਦੋਂ ਕੋਈ ਖਾਲਸੇ ਨੂੰ ਆਪਣੇ ਮਕਸਦ ਲਈ ਵਰਤੂਗਾ, ਜੋ ਖਾਲਸੇ ਨੂੰ ਜਾਂ ਸਾਡੀਆਂ ਭਾਵਨਾਵਾਂ ਨੂੰ, ਅਸੀਂ ਉਹ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਇਹ ਚੀਜ਼ਾਂ ਆਪਣੇ ਪਰਿਵਾਰਾਂ ਤੇ ਪਿੰਡਾਂ ਦੇ ਉੱਤੇ ਹੰਡਾਈਆਂ ਹੋਈਆਂ ਨੇ। ਅਸੀਂ ਇੰਡੀਆ ਦੇ ਵਿੱਚ ਬੈਠੇ ਹਾਂ, ਜਿਹੜੇ ਬਾਹਰ ਬੈਠੇ ਨੇ ਲੜਨ, ਉਹ ਆਪਾਂ ਨਹੀਂ ਕਹਿੰਦੇ ਹਰੇਕ ਦੀ ਆਜ਼ਾਦੀ ਆ ਵੀਰੇ, ਸਾਡੇ ਅੱਗੇ ਹੋ ਕੇ ਲੜ ਲੈਣ। ਤੇ ਉਹਨਾਂ ਚੀਜ਼ਾਂ ਦਾ, ਉਹਨਾਂ ਜਜ਼ਬਾਤਾਂ ਦਾ, ਸਾਡਿਆਂ ਦਾ ਜਦੋਂ ਮਤਲਬ ਕੋਈ ਜਾਣ ਬੁੱਝ ਕੇ ਲੱਛੇਦਾਰ ਗੱਲਾਂ ਕਰਕੇ ਉਸ ਚੀਜ਼ ਨੂੰ, ਸਾਡੇ ਮਤਲਬ ਦੋ ਚੀਜ਼ਾਂ ਅੱਡ ਅੱਡ ਨੇ, ਉਹਦੇ ਵਿੱਚ ਵਾੜਨ ਦੀ ਕੋਸ਼ਿਸ਼ ਕਰੂ, ਉਹ ਗਲਤ ਆ। ਫਿਰ ਇਸ ਲੜਾਈ ਨੂੰ ਬਣਾਇਆ ਗਿਆ ਸਿੱਖ ਵਰਸਸ ਕਾਮਰੇਡ। ਕਾਮਰੇਡ ਇੱਕ ਵਿਚਾਰਧਾਰਾ, ਸਿੱਖ ਇੱਕ ਧਰਮ ਆ। ਦੋਨਾਂ ਦਾ ਮਕਸਦ, ਜੇ ਮੈਂ ਕਾਮਰੇਡ ਨਹੀਂ ਹੈਗੀ, ਮੈਂ ਕਮਿਊਨਿਸਟ ਨਹੀਂ ਹੈਗੀ, ਮੈਂ ਲਿਬਰਲ ਆ, ਪਰ ਫਿਰ ਵੀ ਦੋਨਾਂ ਦਾ ਮਕਸਦ ਕੀ ਆ? ਹੱਕ ਸੱਚ ਦੀ ਲੜਾਈ। ਪਰ ਦੋਨਾਂ ਨੂੰ ਇੱਕ ਦੂਜੇ ਦੇ ਵਿਰੋਧੀ ਬਣਾ ਦਿੱਤਾ ਗਿਆ। ਮੈਨੂੰ ਨਹੀਂ ਸਮਝ ਆਇਆ ਵੀ ਇਹ ਕਿਵੇਂ ਬਣਾ ਦਿੱਤਾ ਗਿਆ। ਆਪਸ ਵਿੱਚ ਗੱਲਾਂ ਨਹੀਂ ਹੁੰਦੀਆਂ ਸੀ? ਤੁਸੀਂ ਦੀਪ, ਲੱਖਾ, ਤੁਸੀਂ ਸਭ ਹੁੰਦੀਆਂ ਸੀ, ਬਿਕੋਜ਼ ਮੈਂ ਬਿਲਕੁਲ ਹੁੰਦੀਆਂ ਸੀ। ਪਰਸੋਂ ਦੀ ਗੱਲ ਸੁਣ ਰਹੀ ਸੀ, ਉਹਨਾਂ ਨੇ ਬੜੇ ਕਲੀਅਰਲੀ ਕਿਹਾ ਕਿ ਜਿਹੜੇ ਸਾਡੇ ਕਿਸਾਨ ਆਗੂ ਉਹ ਲਿਮਿਟਿਡ ਨੇ, ਕਿਉਂਕਿ ਉਹ ਆਰਥਿਕ ਲੜਾਈ ਲੜ ਸਕਦੇ ਆ, ਪਰ ਅਸੀਂ ਆਰਥਿਕ ਲੜਾਈ ਲੜ, ਅਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਇੰਨੀ ਕਲੈਰਿਟੀ ਨਹੀਂ ਹੈਗੀ ਕਿ ਅੱਜ ਅਸੀਂ ਕਿਸਾਨੀ ਦੀ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਨਹੀਂ ਜੀ, ਸਾਡੀ ਸਿਰਫ ਇਹ ਕਿਸਾਨੀ ਦੀ ਲੜਾਈ ਆ। ਮੈਂ ਸਾਲ ਪਹਿਲਾਂ ਵੀ ਆਹ ਗੱਲ ਬੋਲਦੀ ਸੀ, ਪਰ ਮੈਂ ਸਾਲ ਦੇ ਵਿੱਚ ਬਹੁਤ ਚੀਜ਼ਾਂ ਦੇਖ ਲਈਆਂ। ਅਸੀਂ ਜਿੱਦਣ ਅਸੀਂ ਚੱਲੇ ਸੀਗੇ, ਦੀਪ, ਲੱਖਾ, ਜਸ ਬਾਜਵਾ, ਕਨਵਰ ਗਰੇਵਾਲ, ਸਾਰੇ ਅਸੀਂ ਮਤਲਬ ਇਕੱਠੇ ਚੱਲੇ ਸੀਗੇ। ਮੇਨ ਸਾਡਾ 25 ਸਤੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਬਹੁਤ ਵੱਡਾ ਧਰਨਾ ਸ਼ੰਭੂ ਦੇ ਵਿੱਚ ਲੱਗਿਆ ਸੀਗਾ। ਔਰ ਉਹਦੇ ਵਿੱਚ ਕੋਈ ਮੰਨੇ ਨਾ ਮੰਨੇ, ਅੱਜ ਇਹ ਵੀ ਪਤਾ ਹੈ ਕਿ ਉਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਸੀਗਾ, ਪੰਜਾਬ ਸਰਕਾਰ ਦਾ, ਕਿਉਂਕਿ ਉਹਨੇ ਆਪਣੇ ਪਟਵਾਰੀਆਂ ਨੂੰ, ਸਰਕਾਰੀ ਮੁਲਾਜ਼ਮਾਂ ਨੂੰ, ਸਭ ਨੂੰ ਕਿਹਾ ਹੋਇਆ ਸੀਗਾ ਕਿ ਤੁਸੀਂ ਸਿਵਲ ਵਰਦੀ ਦੇ ਵਿੱਚ ਧਰਨੇ 'ਚ ਸ਼ੰਭੂ ਵਾਲੇ 'ਚ ਜਾਣਾ ਆ। ਇਹ ਬਹੁਤ ਸਾਰੇ ਲੋਕਾਂ ਨੂੰ ਪਤਾ। ਕਾਂਗਰਸ ਕਿਹਾ ਜਾਏਗਾ ਹੁਣ? ਹਾਂ, ਮੈਂ ਬਿਲਕੁਲ ਕਿਹਾ ਜਾਊਗਾ, ਕਹਿ ਲੈਣ ਦੋ, ਪਰ ਮੈਨੂੰ ਪਤਾ ਇਹ ਸੱਚ ਆ। ਜੋ ਸੱਚ ਆ ਉਹ ਸੱਚ ਆ। ਕਿਉਂ ਸੀਗਾ ਕਿ ਚਲੋ ਠੀਕ ਆ, ਹੈ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਯੂਥ ਨੂੰ ਮੋਬਿਲਾਈਜ਼ ਕਰਨ ਦਾ ਤਰੀਕਾ ਸੀ, ਜਾਂ ਸ਼ਾਇਦ ਕਿਸਾਨ ਆਗੂਆਂ ਨੂੰ ਨੀਵਾਂ ਦਿਖਾਉਣ ਦਾ ਤਰੀਕਾ ਸੀ। ਫਿਰ ਸਾਡੀ 19 ਨੂੰ ਮੀਟਿੰਗ ਹੁੰਦੀ ਆ, ਜਿੱਥੇ ਅਸੀਂ ਸਾਰੇ ਜਾਣੇ ਕਹਿੰਦੇ ਆ ਕਿ ਅਸੀਂ ਆਪਣੇ ਆਗੂਆਂ ਨਾਲ ਚੱਲਾਂਗੇ। ਇਹ ਨਿੱਕੀ ਜਿਹੀ ਬਰੀਕ ਜਿਹੀ ਚੀਜ਼ ਆ, ਸਮਝਣ ਦੀ ਲੋੜ ਆ ਕਿ ਕਿਸਾਨੀ ਦੀ ਲੜਾਈ ਆ, ਇਹ ਕਿਸੇ ਖਿੱਤੇ ਦੀ, ਧਰਮ ਦੀ, ਜਾਤ ਦੀ, ਕਿਸੇ ਦੀ ਲੜਾਈ ਨਹੀਂ ਗੀ। ਸਾਨੂੰ ਸਮਝਣਾ ਪਊਗਾ, ਕਿਸਾਨ ਪੰਜਾਬੀ ਸਿੱਖ ਹੋ ਸਕਦੇ ਨੇ, ਹਰਿਆਣੇ ਦੇ ਸਾਰੇ ਸਿੱਖ ਨਹੀਂ ਹੈਗੇ, ਯੂਪੀ ਦੇ ਸਿੱਖ ਨਹੀਂ ਹੈਗੇ। ਪਰ ਅੱਜ ਹਰਿਆਣੇ ਦੇ ਕਿਸਾਨ ਉਹਨਾਂ ਬੈਠੇ ਆ, ਮੋਰਚਾ ਸੰਭਾਲਿਆ, ਡਟੇ ਬੈਠੇ ਆ। ਹਰਿਆਣੇ ਦਿਆਂ ਨੂੰ ਸਲੂਟ ਆ, ਸਭ ਤੋਂ ਜ਼ਿਆਦਾ ਉਹਨਾਂ ਦੇ ਨਾਲ ਮਤਲਬ ਧੱਕਾ ਹੋਇਆ, ਫਿਰ ਉਹ ਡਟੇ ਬੈਠੇ ਆ। ਯੂਪੀ ਵਾਲੇ ਡਟੇ ਬੈਠੇ ਆ, ਬਿਲਕੁਲ ਠੀਕ ਆ, ਬਟ ਡਟੇ ਸਾਡੇ ਵੀ ਬੈਠੇ ਆ, ਪਰ ਸਾਡੇ ਕਿਹੜੇ ਬੈਠੇ ਆ? ਜਿਹੜੇ ਯੂਨੀਅਨਾਂ ਦੇ ਨਾਲ ਨੇ, ਦੂਜੇ ਨੌਜਵਾਨ ਨਹੀਂ ਗਏ। ਨੌਜਵਾਨ ਕਿਉਂ ਪਿੱਛੇ ਹਟ ਕੇ? ਨੌਜਵਾਨ ਪਿੱਛੇ ਨਹੀਂ ਹਟੇ ਹੈਗੇ, ਸਿਰਫ ਸੋਸ਼ਲ ਮੀਡੀਆ ਵਾਲੇ ਜਿਹੜੇ ਫੇਸ ਨੇ ਨਾ, ਉਹ ਪਿੱਛੇ ਹਟੇ ਨੇ। ਜਿਹੜੇ ਸਾਡੇ ਵਰਗੇ ਫੇਸਬੁੱਕ ਹੀ ਬਦਵਾਨ ਨੇ ਨਾ, ਅਸੀਂ ਜਾ ਰਹੇ ਹਾਂ, ਸਿਰਫ ਕੁਝ ਲੋਕ ਪਿੱਛੇ ਹਟੇ ਨੇ, ਉਹ ਪਿੱਛੇ ਵੀ ਨਹੀਂ ਹਟੇ। ਜੇ ਕਹਿ ਦਈਏ ਲੱਖਾ ਪਿੱਛੇ ਹਟਿਆ, ਲੱਖਾ ਵੀ ਪਿੱਛੇ ਨਹੀਂ ਹਟਿਆ, ਕਿਉਂਕਿ ਸਾਡੀ ਮੈਨੂੰ ਕੋਵਿਡ ਹੋਣ ਤੋਂ ਪਹਿਲਾਂ ਸਾਡੀ ਅਪ੍ਰੈਲ ਦੇ ਐਂਡ ਦੇ ਵਿੱਚ ਲੱਖੇ ਦੇ ਨਾਲ ਸਾਡੀ ਬਹੁਤ ਜਾਣਿਆਂ ਦੀ ਮੀਟਿੰਗ ਹੋਈ। ਅਸੀਂ ਗਏ ਹਾਂ, ਲੱਖੇ ਦੇ ਪਿੰਡ ਗਏ ਹਾਂ। ਸਾਡੀ ਸਾਰਿਆਂ ਦੀ ਮੀਟਿੰਗ 'ਚ ਅਸੀਂ ਇਹੀ ਡਿਸਾਈਡ ਕੀਤਾ ਕਿ ਅਸੀਂ ਪਿੰਡਾਂ 'ਚ ਜਾ ਕੇ ਦੁਬਾਰਾ ਜਾਗਰੂਕ ਕਰਾਂਗੇ। ਚਲੋ ਮੈਂ ਕੁਆਰੰਟਾਈਨ ਹੋ ਗਈ ਤਾਂ ਕਰਕੇ ਨਹੀਂ ਜਾ ਪਾਈ। ਲੱਖੇ ਨੇ ਆਪਦੇ ਪਿੰਡਾਂ ਦੇ ਵਿੱਚ ਪਰਚਾ ਹੋਣ ਦੇ ਬਾਵਜੂਦ, ਪੁਲਿਸ ਕੁੱਤਿਆਂ ਵਾਂਗੂ ਲੱਭ ਰਹੀ ਆ, ਉਹਦੇ ਬਾਵਜੂਦ ਉਹਨੇ ਪਿੰਡਾਂ ਦੇ ਵਿੱਚ ਜਾ ਕੇ ਕੀਤੇ ਆ, ਉਹ ਕਰ ਰਿਹਾ ਆ ਜਾਗਰੂਕ। ਉਹਨੇ ਇੱਕ ਵਾਰ ਵੀ, ਉਹਦੇ ਕੋਲ ਵੀ ਬਹੁਤ ਸਾਰੇ ਪੁਆਇੰਟਸ ਹੋਣਗੇ ਜਿੱਥੇ ਯੂਨੀਅਨ ਲੀਡਰ ਗਲਤ ਆ, ਮੇਰੇ ਕੋਲ ਵੀ ਬਹੁਤ ਸਾਰੇ ਪੁਆਇੰਟ ਹੋਣਗੇ। ਮੈਂ ਹਰੇਕ ਜਿਹੜੇ ਯੂਨੀਅਨ ਲੀਡਰ ਆ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੀ, ਪਰ ਅਸੀਂ ਕਰ ਰਹੇ ਹਾਂ। ਕੈਰੈਕਟਰ ਦਾਗਦਾਰ ਨੇ ਕਿ ਉਹਨਾਂ ਨੇ ਪੈਸੇ ਖਾਦੇ, ਬਿਕੋਜ਼ ਅਫਵਾਹਾਂ ਤਾਂ ਇਹੋ ਜਿਹੀਆਂ ਫੈਲਾਈ ਜਾ ਰਹੀਆਂ ਨਾ। ਹੁਣ ਜਦ ਦੀਪ ਕਹਿੰਦਾ ਹੈ ਕਿ ਮੈਨੂੰ ਆਗੂਆਂ ਤੇ ਪਹਿਰਾ ਦੇਣ ਦੀ ਲੋੜ ਹੈਗੀ ਹੈ, ਹੈ ਕੌਣ ਆ ਉਹ? ਕੌਣ ਆ ਉਹ ਪਹਿਰਾ ਦੇਣ ਵਾਲਾ? ਕੀ ਅਸੀਂ ਉਹਨੂੰ ਆਗੂ ਚੁਣਿਆ? ਉਹ ਤਾਂ ਇਹ ਵੀ ਕਹਿ ਰਿਹਾ ਨੌਜਵਾਨਾਂ ਨੇ ਮੈਨੂੰ ਆਗੂ ਚੁਣਿਆ। ਅਸੀਂ ਨਹੀਂ ਚੁਣਿਆ, ਅਸੀਂ ਵੀ ਨੌਜਵਾਨੀ ਦੇ ਆ, ਸਾਡੇ ਨਾਲ ਦੇ ਹੋਰ ਬਹੁਤ ਸਾਰੇ ਆ। ਕੋਈ ਇਹੋ ਜਿਹੀ ਮੀਟਿੰਗ ਹੋਈ ਹੈ, ਕਿਸੇ ਨੇ ਤਾਂ ਅਸੀਂ ਤਾਂ ਨਹੀਂ ਚੁਣਿਆ। ਸੋ ਫੇਸਬੁੱਕ ਤੇ ਉਹਨਾਂ ਦੀ ਫੋਲੋਇੰਗ ਬਹੁਤ ਜ਼ਿਆਦਾ ਹੈ। ਠੀਕ ਆ, ਫੇਸਬੁੱਕ ਦੇ ਉੱਤੇ ਸਾਰੇ, ਮੇਰੀ ਵੀ ਫੋਲੋਇੰਗ ਹੈਗੀ ਆ, ਠੀਕ ਆ, ਉਹਦੇ ਨਾਲੋਂ ਘੱਟ ਆ, ਪਰ ਫੇਸਬੁੱਕ ਵਾਲੇ ਕੀ ਹੁੰਦੇ? ਕੁਝ ਵੀ ਨਹੀਂ ਹੁੰਦੇ। ਅੱਜ ਮੈਂ ਕਹਿਦਾ ਨਾ, ਮੇਰੇ ਵੀ ਬਹੁਤ ਸਾਰੇ, ਤੁਹਾਨੂੰ ਵੀ, ਆਪਾਂ ਨੂੰ ਵੀ ਫੇਸਬੁੱਕ ਤੇ ਲੋਕਾਂ ਨੇ ਸੁਣਨਾ। ਮੈਂ ਕਹਾਂ ਕਿ ਆ ਜੋ ਫੇਸਬੁੱਕ ਤੇ ਮੇਰੀ ਫੋਲੋਇੰਗ ਆ ਜੀ, ਇੱਥੇ ਮੈਂ ਖੜਨਾ ਆ, 5-4 ਬੰਦੇ ਆ ਜਾਣਗੇ, ਬਾਦੂ ਨਹੀਂ। ਫੇਸਬੁੱਕ ਸਿਰਫ ਇੱਕ ਵਰਚੁਅਲ ਆ। ਰਸਤੇ ਜਾ ਰਹੇ ਸੀਗੇ, ਕਿੰਨੇ ਕਾ ਗਏ ਸੀ? ਨਹੀਂ ਹੋਇਆ ਸੀ ਨਾ, ਨਹੀਂ ਆਏ ਨਾ। ਇਹ ਕਹਿਣ ਦੀਆਂ ਗੱਲਾਂ ਨੇ। ਫੇਸਬੁੱਕ ਇੱਕ ਵਰਚੁਅਲ ਵਰਡ ਆ, ਇੱਕ ਇਮੈਜਿਨਰੀ ਦੁਨੀਆ ਆ, ਰਿਐਲਿਟੀ ਗਰਾਊਂਡ ਦੇ ਉੱਤੇ ਆ, ਔਰ ਉਹ ਰਿਐਲਿਟੀ ਬਹੁਤ ਦੂਰ ਦੀ ਚੀਜ਼ ਆ। ਹੁਣ ਰਿਐਲਿਟੀ ਦੇਖ ਲਓ, ਕੱਲ ਪਰਸੋਂ ਹੀ ਹੋਇਆ, ਮੈਂ ਸਿਰਫ ਇੱਕ ਪੋਸਟ ਪੜ੍ਹੀ ਸੀ
ਕਹਿੰਦੇ ਕਿ ਦੀਪ ਨੇ ਪਿੰਡ 'ਚ 200 ਜਣਿਆਂ ਦਾ ਇਕੱਠ ਕੀਤਾ, ਉਹਦੇ ਤੇ ਪਰਚਾ ਹੋ ਗਿਆ, ਤੇ ਖਨੌਰੀ ਵਾਲੇ ਪਾਸੇ ਨੂੰ ਉਗਰਾਹਾਂ ਨੇ ਹਜ਼ਾਰਾਂ ਦਾ ਇਕੱਠ ਕੀਤਾ, ਉਹਦੇ ਤੇ ਪਰਚਾ ਕਿਉਂ ਨਹੀਂ ਹੋਇਆ? ਕਿਉਂਕਿ ਉਹਦੇ ਨਾਲ ਗਰਾਊਂਡ ਤੇ ਹਜ਼ਾਰਾਂ ਲੋਕ ਨੇ। ਉਗਰਾਹਾਂ ਦੇ ਸਾਰੇ ਵਿਰੁੱਧ ਹੋਏ ਪਏ ਆ। ਕਿਉਂ ਵਿਰੁੱਧ ਨੇ? ਕਿਉਂਕਿ ਉਗਰਾਹਾਂ ਕੱਲੀ ਜਥੇਬੰਦੀ ਆ ਜਿਹਦੇ ਕੋਲ ਬਾਕੀ ਸਾਰੀਆਂ ਜਥੇਬੰਦੀਆਂ ਦੇ ਬਰਾਬਰ ਦੀ ਉਹ ਕੱਲੀ ਆ, ਉਹ ਕੱਲੇ ਡਟੇ ਹੋਏ ਨੇ। ਉਹਦੀ ਮੈਨ ਪਾਵਰ, ਵਿਮਨ ਪਾਵਰ ਦੋਨੋਂ, ਇੱਕ ਪਹਿਲੀ ਆਰਗੇਨਾਈਜੇਸ਼ਨ ਜਿਹਦੇ ਵਿੱਚ ਸਭ ਤੋਂ ਵੱਧ ਔਰਤਾਂ ਨੇ, ਸਭ ਤੋਂ ਵੱਧ ਨੌਜਵਾਨ ਨੇ, ਇੱਕ ਪੂਰਾ ਡਿਸਪਲਿਨ ਆਰਗੇਨਾਈਜੇਸ਼ਨ ਆ। ਮੈਨੂੰ ਖੁਦ ਨੂੰ ਬੜੀ ਪਸੰਦ ਆ, ਖੈਰ ਮੈਂ ਮੈਂਬਰ ਨਹੀਂ ਹੈਗੀ ਬਟ ਮੈਨੂੰ ਬਹੁਤ ਪਸੰਦ ਆ ਉਹ ਆਰਗੇਨਾਈਜੇਸ਼ਨ। ਉਹਦੇ ਵਿਰੋਧੀ ਨੇ। ਕਿਉਂ ਆ? ਕਿਉਂਕਿ ਪਤਾ ਆ ਕਿ ਉਹਨੂੰ ਟਾਰਗੇਟ ਕਰੋ, ਉਹਦੇ ਨਾਲ ਲੋਕ ਜ਼ਿਆਦਾ ਨੇ, ਉਹਨੂੰ ਤੋੜਿਆ ਜਾਵੇ, ਉਹਨੂੰ ਬਦਨਾਮ ਕੀਤਾ ਜਾਵੇ। ਪਰ ਐ ਨਹੀਂ ਹੁੰਦਾ। ਜਿਹਦੇ ਨਾਲ ਗਰਾਊਂਡ ਲੈਵਲ ਦੇ ਲੋਕ ਆ, ਤੁਸੀਂ ਸੋਸ਼ਲ ਮੀਡੀਆ ਤੇ ਜਿਹਦਾ ਜਿੰਨਾ ਬੰਡੀ ਪ੍ਰਚਾਰ ਕਰਨਾ ਕਰ ਲਓ, ਕੋਈ ਫਰਕ ਨਹੀਂ ਪੈਣਾ। ਲੱਖੇ ਨੂੰ ਸੋਸ਼ਲ ਮੀਡੀਆ ਤੋਂ ਬੰਦ ਕੀਤਾ ਪਰ ਉਹਦਾ ਗਰਾਊਂਡ ਤੇ ਹੋਲਡ ਹੈਗਾ, ਉਹਦੇ ਨਾਲ ਗਰਾਊਂਡ 'ਚ ਲੋਕ ਹੈਗੇ ਆ। ਜਿਹੜੇ ਵੀ ਪਿੰਡ ਜਾਂਦਾ ਇਕੱਠਾ ਹੈਗੇ ਆ, ਹੁੰਦੇ ਆ ਇਕੱਠ, ਬੀਬੀਆਂ ਪਿਆਰ ਕਰਦੀਆਂ ਨੇ, ਅਸੀਂ ਦੇਖਿਆ ਆ, ਅਸੀਂ ਉੱਥੇ ਆ। ਪਰ ਹੋਰਾਂ ਦਾ ਕਿੰਨਾ ਕਹੋ, ਅਸੀਂ ਸਾਰਾ ਕੁਝ ਹੀ ਦੇਖਿਆ ਆ। ਸੋ ਕਦੀ ਤੁਸੀਂ ਤੁਹਾਡੀ ਦੀਪਨਾ ਕਾਲੇ ਪੁੱਛਿਆ ਨਹੀਂ ਕਿ ਕਿਉਂ ਆਗੂਆਂ ਦੇ ਖਿਲਾਫ ਬੋਲ ਕੇ ਆਪਣੀ ਪੰਜਾਬ ਦੀ ਲੜਾਈ ਨੂੰ ਕਮਜ਼ੋਰ? ਪਹਿਲੇ ਦਿਨ ਤੋਂ ਪਤਾ ਆ ਕੀ ਗੱਲ ਆ। ਮੈਂ ਤੁਹਾਨੂੰ ਦੱਸਿਆ ਨਾ 25 ਸਤੰਬਰ, ਉਦੋਂ ਬਾਅਦ 29 ਸਤੰਬਰ, ਉਦੋਂ ਬਾਅਦ ਵਿੱਚ ਮੈਂ ਖੁਦ ਜਾਂਦੀ ਹਾਂ ਸ਼ੰਭੂ ਮੋਰਚੇ ਵਾਲੇ, ਮੈਂ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਰਹੀ ਹਾਂ। ਮੇਨ ਪਰਪਸ ਇੱਕ ਪੋਲੀਟੀਕਲ ਪਾਰਟੀ ਕੱਢਣਾ ਸੀਗਾ। ਮੈਂ ਠੋਕ ਕੇ ਬੋਲਦੀ ਹਾਂ ਜੋ ਸੱਚ ਆ, ਕੱਢਣ ਪੋਲੀਟੀਕਲ ਪਾਰਟੀ। ਫਿਰ ਉਹੀ ਗੱਲ ਆ, ਦਿੱਕਤ ਨਹੀਂ ਹੈਗੀ, ਕੱਢੋ ਤੁਸੀਂ। ਤੇਜਵੀਰ ਹੁਣੇ ਵੀ ਇਹੀ ਗੱਲ ਬੋਲਦੇ ਆ, ਹਰਿਆਣੇ ਵਾਲੇ ਵੀ ਇਹੀ ਬੋਲਦੇ ਆ, ਤੁਸੀਂ ਪੋਲੀਟੀਕਲ ਪਾਰਟੀ ਕੱਢ ਲਓ, ਤੁਸੀਂ ਆਪਣੀ ਰਾਜਨੀਤੀ ਕਰਨੀ ਆ ਕਰ ਲਓ, ਪਰ ਅੰਦੋਲਨ ਦਾ ਤਾਂ ਆਨੈਸਟ ਹੋ ਕੇ ਸਾਥ ਦੇ ਲਓ। ਇਹਦੇ ਵਿੱਚ ਦਰਾਰਾਂ ਨਾ ਪਾਓ, ਇਹਦੇ ਵਿੱਚ ਦਰਾਰਾਂ ਨਾ ਪਾਓ। ਇਹਨਾਂ ਨੂੰ ਇਹੀ ਬੇਨਤੀ ਆ ਕਿ ਇਹਦੇ ਵਿੱਚ ਦਰਾਰਾਂ ਨਾ ਪਾਓ। ਔਰ ਦੀਪ ਨੂੰ ਮੈਂ ਜਿੱਦਣ ਮੇਰੀ ਗੱਲ ਹੋਈ ਉਦਣ ਵੀ ਮੈਂ ਕਿਹਾ ਬਾਈ ਤੂੰ ਬਹੁਤ ਸਿਆਣਾ ਆ, ਤੂੰ ਇੰਟੈਲੀਜੈਂਟ ਆ, ਹੈ ਨਾ, ਮੈਂ ਤੈਨੂੰ ਭਰਾ ਕਹਿੰਦੀ ਆ, ਤੁਸੀਂ ਕਿਉਂ ਨਹੀਂ ਪਤਾ ਤੈਨੂੰ ਸੋਸ਼ਲ ਵਰਕ ਲਈ ਤੁਸੀਂ ਜਦੋਂ ਆਵਾਜ਼ ਦੋਗੇ, ਕਿਸਾਨਾਂ ਲਈ ਜਦੋਂ ਆਵਾਜ਼ ਦੋਗੇ, ਮੈਂ ਕਿਹਾ ਵੀਰ ਤੇਰੇ ਨਾਲ ਖੜੀ ਹੋਵਾਂਗੀ ਮੋਢੇ ਨਾਲ ਮੋਢਾ ਜੋੜ ਕੇ, ਪਰ ਤੇਰੀ ਰਾਜਨੀਤੀ ਨਾਲ ਨਹੀਂ ਮੈਂ ਖੜੂੰਗੀ। ਠੀਕ ਆ, ਜੁਲਾਈ ਦੇ ਵਿੱਚ ਜਦੋਂ ਉਹ ਆਇਆ ਸੀਗਾ, ਉਹਨੇ ਰਾਜਨੀਤੀ ਕਰਨੀ ਸੀ, ਉਹਨੇ ਮੈਨੂੰ ਦੱਸਿਆ ਸੀ ਵੀ ਭੈਣੇ ਮੈਂ ਇਲੈਕਸ਼ਨ ਲੜਨੀ ਆ, ਤਾਂ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਵੀਰ ਜਿੱਥੋਂ ਲੜੇਗਾ ਆਪਾਂ ਤੇਰਾ ਸਾਥ ਦੇਵਾਂਗੇ। ਪਰ ਉਦੋਂ ਸਿਨੈਰੀਓ ਹੋਰ ਸੀ, ਉਦੋਂ ਦਿੰਦੀ ਸਾਥ। ਪਰ ਜਿਹੜਾ ਜੇ ਸਾਡੇ ਅੰਦੋਲਨ ਦਾ ਨੁਕਸਾਨ ਹੋਊਗਾ ਮੈਂ ਨਹੀਂ ਸਾਥ ਦਊਂਗੀ। ਕਦੀ ਕਹਿੰਦਾ ਮੈਂ ਇੰਟੈਲੈਕਚੁਅਲ ਸਾਈਡ ਨਹੀਂ ਜੀ, ਉਹ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਬੋਲਦੇ ਹੈਗੇ, ਲੋਕਾਂ ਸਾਹਮਣੇ ਨਹੀਂ ਬੋਲਦੇ, ਬਟ ਇਸ ਚੀਜ਼ ਦਾ ਅਸੀਂ ਹਿੱਸਾ ਰਹੇ ਹਾਂ। ਉਸ ਮੀਟਿੰਗ ਦੇ ਵਿੱਚ ਜਿਹੜੀ 26 ਸਤੰਬਰ ਨੂੰ ਫਰੰਗੀ ਪਾਣੀ ਦੇ ਵਿੱਚ ਮੀਟਿੰਗ ਹੋਈ ਆ, ਉਹਦਾ ਮੈਂ ਵੀ ਹਿੱਸਾ ਸੀ। ਉਸ ਮੀਟਿੰਗ ਦਾ ਹਿੱਸਾ ਦਲਜੀਤ ਕਲਸੀ ਸੀ, ਹਰਪ੍ਰੀਤ ਦੇਵਗਨ ਸੀ, ਪ੍ਰੋਫੈਸਰ ਮਨਜੀਤ ਸੀ, ਮਿਸਟਰ ਹੈਗੇ ਆ ਚੱਪੜ, ਹੈਗੇ ਆ ਕੀ ਨਾਮ ਆ, ਉਹਦੇ ਵਿੱਚ ਕਲੀਅਰ ਗੱਲ ਕੀਤੀ, ਚੱਪੜ ਸੀ ਉਹਦੇ ਵਿੱਚ, ਇੱਕ ਸ਼ਰਮਾ ਜੀ ਨੇ, ਠੀਕ ਆ, ਤਰਲੋਚਨ ਸਿੰਘ ਲਾਲੀ ਆ, ਜਿਹੜੇ ਆਪ ਦੇ ਪਹਿਲਾਂ ਰਹੇ ਆ ਸਾਰੇ ਜਾਣੇ, ਉਹ ਬਹੁਤ ਜਾਣੇ ਸੀਗੇ। ਔਰ ਉਹਦੇ ਵਿੱਚ ਮੈਂ ਸੀ, ਕਨੂਪ੍ਰਿਆ ਸੀ ਮੇਰੇ ਨਾਲ। ਉਹਦੇ ਵਿੱਚ ਸ਼ੰਭੂ ਮੋਰਚੇ ਦੇ ਥਰੂ ਪੋਲੀਟੀਕਲ ਪਾਰਟੀ ਕੱਢਣ ਦੀ ਗੱਲ ਕੀਤੀ ਗਈ ਸੀ, ਤੇ ਜਿਹਦੇ ਬਾਅਦ ਵਿੱਚ ਅਸੀਂ ਇਸ ਲਈ ਕਹਿ ਕੇ ਛੱਡਤਾ ਸੀਗਾ ਕਿ ਅਸੀਂ ਤੁਹਾਡੇ ਪੋਲੀਟੀਕਲ ਏਜੰਡੇ ਨਾਲ ਸਹਿਮਤ ਨਹੀਂ ਹੈਗੇ। ਮੇਰੇ ਕੋਲ ਅੱਜ ਵੀ ਉਹ WhatsApp ਚੈਟਸ ਪਈਆਂ ਨੇ, ਮੈਂ ਡਿਲੀਟ ਨਹੀਂ ਕੀਤੀਆਂ। ਸੋ ਮੇਨ ਮਕਸਦ ਪੋਲੀਟੀਕਲ ਪਾਰਟੀ ਹੈ, ਇਹਨੂੰ ਇੱਕ ਪੌੜੀ ਬਣਾਇਆ ਜਾ ਰਿਹਾ ਹੈ, ਤਾਂ ਹੀ ਤਾਂ ਦਿੱਕਤ ਆ ਨਾ। ਹੋਰ ਦੇਖੋ, ਮੇਰਾ ਕੋਈ ਦੁਸ਼ਮਣ ਥੋੜੀ ਹੈ। ਜਿਸ ਇਨਸਾਨ ਨੂੰ ਮੈਂ ਲੱਖੇ ਨਾਲੋਂ ਵੱਧ ਕਿਹਨੂੰ ਜਾਣਦੀ ਸੀ, ਦੀਪ ਨੂੰ ਜਾਣਦੀ ਸੀ। ਇੱਕ ਥਾਲੀ 'ਚ ਖਾਦਾ ਹੋਇਆ ਆ, ਭਰਾ ਕਿਹਾ ਆ, ਭਰਾ ਕੋਈ ਊਂ ਹੀ ਨਹੀਂ ਹੁੰਦਾ ਹੈਗਾ। ਠੀਕ ਆ, ਮੈਂ ਪਰਸਨਲੀ ਉਸ ਬੰਦੇ ਤੋਂ ਇੰਸਪਾਇਰਡ ਵੀ ਸੀਗੀ, ਕਿਉਂਕਿ ਉਸ ਬੰਦੇ ਨੂੰ ਨੌਲੇਜ ਆ, ਪੜ੍ਹਦਾ ਆ, ਗੱਲ ਕਰਨ ਦਾ ਤਰੀਕਾ ਆ, ਠੀਕ, ਜੋ ਸੱਚ ਆ, ਠੀਕ ਆ, ਐਡਮਾਇਰ, ਹਾਂ, ਐਕਟਰ ਆ ਜਾਂ ਜੋ ਵੀ ਆ, ਪੜ੍ਹ ਕੇ ਆਉਂਦਾ, 4 ਕਿਤਾਬਾਂ ਪੜ੍ਹੀਆਂ ਨੇ, ਠੀਕ ਆ, ਸਮਝ ਆ, ਪਰ ਉਸ ਸਮਝ ਨੂੰ ਸਹੀ ਪਾਸੇ ਲਾਇਆ ਜਾਵੇ ਨਾ। ਜੇ ਤੁਹਾਨੂੰ ਵਾਕਈ ਪੰਜਾਬ ਦਾ ਦਰਦ ਆ ਤਾਂ ਫਿਰ ਪੰਜਾਬ ਦੇ ਇੱਕ ਕਿੱਲੇ ਵਾਲੇ ਕਿਸਾਨਾਂ ਬਾਰੇ ਸੋਚੋ ਜਿਹੜੇ ਉੱਥੇ ਬੈਠੇ ਨੇ। ਫਿਰ ਲੜਾਈ ਕਮਜ਼ੋਰ ਨਾ ਕਰੋ, ਲੜਾਈ ਕਮਜ਼ੋਰ ਨਾ ਕਰੋ। ਇਹ ਲੜਾਈ ਜਿੱਤਦੇ ਆ ਹਾਰਦੇ ਆ, ਮੈਨੂੰ ਫਰਕ ਨਹੀਂ ਪੈਣਾ, ਤੁਹਾਨੂੰ ਫਰਕ ਨਹੀਂ ਪੈਣਾ, ਦੀਪ ਨੂੰ ਫਰਕ ਨਹੀਂ ਪੈਣਾ, ਪਰ ਇੱਕ ਕਿੱਲੇ ਵਾਲੇ ਕਿਸਾਨ ਆਗੂਆਂ ਨੂੰ ਵੀ ਫਰਕ ਨਹੀਂ ਪੈਣਾ। ਵਧੀਆ ਘਰੋਂ ਨੇ ਸਾਰੇ ਜਾਣੇ, ਠੀਕ ਆ, ਪਰ ਉਹ ਬਜ਼ੁਰਗ ਨੇ ਜਿਹੜੇ ਉੱਥੇ ਬੈਠੇ, ਉਹਨਾਂ ਨੂੰ ਵੀ ਫਰਕ ਨਹੀਂ ਪੈਣਾ। ਆਉਣ ਵਾਲੀ ਜਨਰੇਸ਼ਨ ਨੂੰ ਫਰਕ ਪੈਣਾ, ਜਿਹੜੀ ਘਰਾਂ ਬੈਠੀ ਉਹ ਲੜਾਈਆਂ ਕਰਦੀ ਪਈ ਹੈ। ਸਾਡੇ ਗਰੀਬ ਤਬਕੇ ਨੂੰ ਫਰਕ ਪੈਣਾ, ਸਾਡੇ ਮਜ਼ਦੂਰਾਂ ਨੂੰ ਫਰਕ ਪੈਣਾ, ਸਾਡੇ ਛੋਟੀ ਕਿਸਾਨੀ ਨੂੰ ਫਰਕ ਪੈਣਾ। ਸਾਨੂੰ ਇਹ ਚੀਜ਼ਾਂ ਸਮਝਣੀਆਂ ਪਊਗੀਆਂ ਕਿ ਇਹ ਲੜਾਈ ਕਿਸਾਨੀ ਦੀ ਹੈ, ਇਹ ਕਿੱਤੇ ਦੀ ਲੜਾਈ ਹੈ, ਖਿੱਤੇ ਦੀ ਲੜਾਈ ਨਹੀਂ ਗੀ। ਇੱਕ ਤਾਂ ਪੰਜਾਬੀ, ਮੈਂ ਵੀ ਪੰਜਾਬੀ ਹਾਂ, ਜਿੱਥੇ ਸਾਡੀ ਮਾਂ ਬੋਲੀ ਦੀ, ਜਿੱਥੇ ਸਾਡੇ ਪੰਜਾਬ ਦੀ ਲੜਾਈ ਹੋਊਗੀ ਅਸੀਂ ਉਹ ਲੜ ਲਾਂਗੇ,
ਪਰ ਪਹਿਲਾਂ ਅਸੀਂ ਇੱਕ ਕਿੱਤੇ ਦੀ ਲੜਾਈ ਤਾਂ ਲੜ ਲਈਏ। ਲੜਦੀ ਰਹਿੰਦੀ ਚੱਲਦੀ ਰਹਿੰਦੀ ਆ। ਮੰਚ ਨੂੰ ਨਾ ਕਦੋਂ ਬੰਦ ਹੋਈ ਆ? ਇੱਕ ਮਿੰਟ, ਲੱਖਾ ਭਾਸ਼ਾ ਦੀ ਲੜਾਈ ਲੜਦਾ, ਸ਼ੁਰੂ ਤੋਂ ਲੜਦਾ ਆਇਆ, ਉਹਨੇ ਉਹਦੇ ਵਿੱਚ ਆਪਦੀ ਭਾਸ਼ਾ ਦੀ ਲੜਾਈ ਨਹੀਂ ਬਾੜੀ, ਨਹੀਂ ਬਾੜੀ। ਮੈਂ ਚਾਈਲਡ ਅਬਿਊਜ਼ ਤੇ ਕੰਮ ਕਰਦੀ ਹਾਂ, ਮੈਂ ਕਿਤੇ ਵੀ ਜਾ ਕੇ ਆਪਦੇ ਚਾਈਲਡ ਅਬਿਊਜ਼ ਦੀ ਲੜਾਈ ਨਹੀਂ ਬਾੜੀ। ਜਸ ਬਾਜਵਾ ਹੋ ਗਿਆ, ਕਨਵਰ ਗਰੇਵਾਲ, ਹਰਫ ਚੀਮਾ, ਇਹ ਆਪਦੀ ਉਹਨਾਂ ਦੀ ਕਿਸਾਨੀ ਮਤਲਬ ਆਪਦੇ ਕਲਾਕਾਰੀ ਆ, ਉਹਨਾਂ ਨੇ ਆਪਦੀ ਉਹ ਚੀਜ਼ ਨਹੀਂ ਵਾੜੀ। ਫਿਰ ਬਾਰ-ਬਾਰ ਸਾਡੇ ਲੋਕਾਂ ਦੀ, ਸਾਡੇ ਲੋਕ ਓਬਵੀਅਸ ਜੀ ਗੱਲ ਆ, ਸਾਡੇ ਲਈ ਸਾਡਾ ਖਾਲਸਾ ਬਹੁਤ ਪਿਆਰਾ, ਸਾਡਾ ਧਰਮ ਬਹੁਤ ਪਿਆਰਾ, ਪਰ ਸਾਡੇ ਲੋਕਾਂ ਦੀਆਂ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਕਿਉਂ ਭੜਕਾਇਆ ਜਾ ਰਿਹਾ? ਜਦੋਂ ਇੱਕ ਗੱਲ ਹੋਰ ਆ, ਰਾਜੇਵਾਲ ਸਾਹਿਬ ਦੀ ਜਦੋਂ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਸੀਗੀ, ਠੀਕ ਆ, ਉਸ ਗੱਲ ਨੂੰ ਕਿਸੇ ਨੇ ਪੋਜ਼ਿਟਿਵ ਵੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਇੱਕ ਗੱਲ ਬੋਲੀ ਸੀਗੀ ਕਿ ਖਾਲਸੇ ਦੇ ਨਿਸ਼ਾਨ ਸਾਹਿਬ ਇੱਕ ਪਵਿੱਤਰ ਜਗ੍ਹਾ 'ਤੇ ਝੂਲਦੇ ਆ, ਜਿਸ ਜਗ੍ਹਾ ਦੇ ਉੱਤੇ ਅਸੀਂ ਰਹਿੰਦੇ ਹਾਂ, ਟਰਾਲੀਆਂ ਦੇ ਉੱਤੇ ਲੱਗੇ ਆ। ਉਹ ਟਰਾਲੀਆਂ ਦੇ ਵਿੱਚ ਸਾਡੇ ਲੋਕ ਆ ਬਹੁਤ ਤਰ੍ਹਾਂ ਦੀ, ਜਿਹੜੇ ਨਸ਼ੇ 'ਤੇ ਲੱਗੇ ਉਹਨਾਂ ਨੇ ਨਸ਼ਾ ਵੀ ਕਰਨਾ ਆ, ਠੀਕ ਆ, ਬਹੁਤ ਕੁਝ ਹੋ ਹੀ ਜਾਂਦਾ ਆ, ਠੀਕ ਆ। ਆਪਣਾ ਮਤਲਬ ਉੱਥੇ ਹੀ ਸਾਡੀ ਉਦੋਂ ਸਾਡੀਆਂ ਟੋਇਲਟਸ ਨਹੀਂ ਬਣੀਆਂ ਸੀ, ਨਾਲ ਹੀ ਅਸੀਂ ਸਾਰਾ ਕੁਝ ਮਤਲਬ ਕਰਦੇ ਹਾਂ। ਉੱਥੇ ਅਸੀਂ ਉਸ ਪਵਿੱਤਰ ਨਿਸ਼ਾਨ ਦੀ ਪਵਿੱਤਰਤਾ ਨੂੰ ਕਿਉਂ ਭੰਗ ਕਰ ਰਹੇ ਹਾਂ? ਜੇ ਸਾਡੀ ਵਾਕਈ ਜੰਗੇ ਮੈਦਾਨ 'ਚ ਜਦੋਂ ਜਾਂਦੇ ਸੀਗੇ ਉਦੋਂ ਖਾਲਸੇ ਦੇ ਨਿਸ਼ਾਨ ਝੂਲਦੇ ਆ, ਝੂਲਣੇ ਵੀ ਚਾਹੀਦੇ ਆ। ਅਸੀਂ ਝੂਲਣਾ, ਅਸੀਂ ਝੁਲਾਇਆ, ਨਿਸ਼ਾਨ ਸਾਹਿਬ ਆ ਸਾਡਾ, ਠੀਕ ਆ। ਉੱਥੇ ਇਹ ਕੋਈ ਚਲੋ ਖਾਲਿਸਤਾਨੀ ਝੰਡਾ ਤਾਂ ਹੈ ਨਹੀਂ ਸੀਗਾ ਜਿਹੜਾ ਉਹਨੂੰ ਮੀਡੀਆ ਨੇ ਬਣਾਇਆ, ਪਰ ਉੱਥੇ ਸਾਡਾ ਨਿਸ਼ਾਨ ਸਾਹਿਬ ਚੜ੍ਹਾ ਤਾਂ ਦਿੱਤਾ। ਜਿਹਨੇ ਚੜ੍ਹਾਇਆ ਉਹਨੇ ਇਹ ਸੋਚਿਆ ਕਿ ਜਾਂ ਤਾਂ ਉੱਥੇ ਡਟੇ ਰਹਿੰਦੇ ਨਾ, ਫਿਰ ਨਿਸ਼ਾਨ ਸਾਹਿਬ ਦੇ ਲਈ ਕੁਰਬਾਨੀ ਦਿੰਦੇ, ਭੱਜਦੇ ਨਾ ਉੱਥੋਂ। ਉਹ ਉਤਾਰਿਆ ਕਿੱਦਾਂ ਗਿਆ? ਠੀਕ ਆ, ਉਤਾਰਿਆ ਗਿਆ ਤੇ ਉਦੋਂ ਬਾਅਦ ਵਿੱਚ ਪਤਾ ਨਹੀਂ ਉਹ ਕਿੱਥੇ ਸਿੱਟਿਆ ਗਿਆ ਹੋਣਾ, ਕਿਹੜੇ ਗਟਰ 'ਚ ਪਿਆ ਹੋਣਾ। ਕਦੇ ਕਿਸੇ ਨੇ ਸੋਚਿਆ ਕਿ ਸਾਡੇ ਨਿਸ਼ਾਨ ਸਾਹਿਬ ਦੀ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ, ਅਸੀਂ ਮਰਨ ਤੱਕ ਜਾਂਦੇ ਹਾਂ, ਸਾਡੇ ਨਿਸ਼ਾਨ ਸਾਹਿਬ ਦੀ ਬੇਅਦਬੀ ਬਾਰੇ ਸੋਚਿਆ? ਤੇ ਉਹ ਕਿਹੜੀ ਸਾਡੀ ਜਿੱਤ ਸੀ? ਕਿਹੜਾ ਅਸੀਂ ਬਘੇਲ ਸਿੰਘ ਦੇ ਉਹ ਬਣ ਕੇ ਅਸੀਂ ਕਹਿਤਾ ਕਿ ਅਸੀਂ ਕਿਲ੍ਹਾ ਫਤਿਹ ਕਰ ਲਿਆ? ਕਿਲ੍ਹਾ ਫਤਿਹ ਹੁੰਦਾ ਅਸੀਂ ਉੱਥੇ ਡਟੇ ਰਹਿੰਦੇ, ਚਾਰ ਵੀ ਡਟੇ ਰਹਿੰਦੇ, ਫਿਰ ਗੋਲੀਆਂ ਖਾ ਕੇ ਆ ਜਾਂਦੇ। ਫੇਸਬੁੱਕ ਦਾ ਕਿਲ੍ਹਾ ਸੀ ਨਾ, ਉੱਥੇ ਸਿਰਫ ਵੀਡੀਓ ਪਾਤਾ, ਸਿਰਫ ਵੀਡੀਓ ਪਾਉਣ ਲਈ ਗਏ ਸੀ, ਉਹ ਚੀਜ਼ ਗਲਤ ਸੀ। ਡਟਦੇ, ਜਿੱਥੇ ਵੀ ਖੜਨਾ ਡਟਦੇ। ਇਸ ਸਾਲ ਵਿੱਚ ਕੀ ਸਿੱਖਿਆ? ਬਹੁਤ ਕੁਛ, ਬਹੁਤ ਚਿਹਰੇ ਦੇਖੇ। ਇੱਕ ਭੁਲੇਖਾ ਬਹੁਤ ਵੱਡਾ ਸੀਗਾ ਕਿ ਸ਼ਾਇਦ ਸੋਸ਼ਲ ਮੀਡੀਆ ਤੋਂ ਬਹੁਤ ਵੱਡੀ ਵੇਵ ਬਣਦੀ ਆ, ਇਹ ਝੂਠ ਆ। ਵੇਵ ਅਸਲੀ ਜਿਹੜੀ ਹੈਗੀ ਆ ਉਹ ਸਿਰਫ ਗਰਾਊਂਡ ਤੋਂ ਬਣਦੀ ਆ। ਜਦ ਤੱਕ ਆਪਣੇ ਆਪ ਤੇ ਨਹੀਂ ਬੀਤਦੀ, ਕੋਈ ਸਿੱਖਦਾ ਕਿਸੇ ਹੋਰ ਦੇ ਸਬਕ ਤੋਂ? ਸ਼ਾਇਦ ਨਹੀਂ। ਬਹੁਤ ਲੋਕਾਂ ਦੇ ਬਹੁਤ ਸਾਰੇ ਭੁਲੇਖੇ। ਅੱਛਾ, ਇੱਕ ਚੀਜ਼ ਹੋਰ ਆ, ਟਰੋਲ ਤਾਂ ਖੈਰ ਮੇਰੇ ਸ਼ੁਰੂ ਤੋਂ ਹੀ ਬਣਦੇ ਰਹੇ ਆ। ਲੋਕਾਂ ਨੂੰ ਨਾ ਸਮਝ ਨਹੀਂ ਆਉਂਦੀ, ਹੁਣ ਵੀ ਬੋਲਣ ਤੋਂ ਬਹੁਤ, ਮੈਂ ਵੀ ਪਹਿਲਾਂ ਹੋ ਗਈ ਨਾ, ਪਰਿਵਾਰ ਨੂੰ ਦੇਖ ਕੇ ਹੋ ਜਾਂਦੇ ਆ ਜਦੋਂ ਗੰਦੇ ਟਰੋਲ ਬਣਦੇ ਆ। ਖਾਸ ਕਰਕੇ ਉਹ ਲੋਕ ਟਰੋਲ ਬਣਾਉਂਦੇ ਜਿਨ੍ਹਾਂ ਨੇ ਆਪਦੀਆਂ ਭੈਣਾਂ ਨਹੀਂ ਛੱਡੀਆਂ, ਤੇ ਉਹ ਫਿਰ ਮਤਲਬ ਫੇਸ ਕੋਈ ਹੋਰ, ਬਾਡੀ ਕੋਈ ਹੋਰ, ਤੇ ਗਲਤ ਜਦੋਂ ਉਹ ਬਣਦੇ ਆ, ਓਬਵੀਅਸ ਜੀ ਗੱਲ, ਆਪਦਾ ਫੇਸ ਲੱਗਿਆ ਚੁੱਭਦਾ ਹੈ, ਸਾਨੂੰ ਚੁੱਭਦਾ ਆ। ਕੋਈ ਮੂੰਹ ਤੇ ਕਹਿ ਜਾਂਦਾ ਹੈ ਕਿ ਤੁਸੀਂ ਤਾਂ ਬਿਮਾਰ, ਹਲਕਾ ਹੱਸ ਕੇ ਗੱਲ ਕਰ ਸ਼ਾਇਦ ਲੈਂਦੇ, ਪਤਾ ਨਹੀਂ ਬਿਮਾਰੀ, ਉੱਤੇ ਵੀ ਚੁੱਭਦਾ। ਮੈਨੂੰ ਤਾਂ ਲੱਗਦਾ ਵੀ ਸ਼ਾਇਦ ਬਿਮਾਰੀ ਤਾਂ ਹੋ ਗਈ ਹੋਈ ਹੈ ਵੀ ਮਾਨਸਿਕ ਲੈਵਲ ਤੇ ਟੁੱਟੇ ਤਾਂ ਸੀਗੇ। ਮੈਂ ਐਵੇਂ ਹੀ ਕਹਾਂ ਕਿ ਨਹੀਂ ਟੁੱਟੀ ਜੀ, ਬੜੀ ਸਟਰੋਂਗ ਆ, ਨਹੀਂ ਟੁੱਟੀ ਆ। ਜਦੋਂ ਇੰਨਾ ਕੁਝ ਗਲਤ ਬੋਲਣ ਨੂੰ ਮਿਲਦਾ ਆ, ਟੁੱਟਦੇ ਆ ਪਰ ਉੱਠੇ ਆ। ਗੱਲ ਆ ਕਿ ਟੁੱਟ ਕੇ ਹਾਰ ਮੰਨਣ ਵਾਲਾ ਜਿਹੜਾ ਹੁੰਦਾ ਨਾ, ਉਹ ਹਾਰਨ ਵਾਲਾ ਹੁੰਦਾ ਆ, ਪਰ ਟੁੱਟ ਕੇ ਬੈਠੋ, ਥੋੜਾ ਜਿਹਾ ਸਾਹ ਲੈ ਲਿਆ, ਦੁਬਾਰਾ ਉੱਠ ਜਾਈਏ, ਉਹ ਜ਼ਰੂਰੀ ਹੈ। ਤੇ ਅੱਜ ਵੀ ਮੈਂ ਉਹ ਸੱਚ ਬੋਲਣ ਨੂੰ, ਮੈਂ ਪਹਿਲਾਂ ਵੀ ਕਦੇ ਨਹੀਂ ਡਰੀ। ਹਾਂ, ਆਏ ਆ ਕਰੈਕ, ਕੋਈ ਗੱਲ ਨਹੀਂ, ਆਉਂਦੇ ਹੀ ਆ। ਉਹ ਤਾਂ ਜੇ ਆਪਾਂ ਕਹਿ ਦਈਏ ਕਿ ਇਕੱਲੇ ਸੋਸ਼ਲ ਮੀਡੀਆ ਨੇ ਥੋੜੀ, ਉਹ ਤਾਂ ਵੈਸੇ ਹੀ ਜ਼ਿੰਦਗੀ ਦੀਆਂ ਠੋਕਰਾਂ ਉਦੋਂ ਵੀ ਮਾੜੀਆਂ ਨੇ ਜਿਹੜੀਆਂ ਵੱਜਦੀਆਂ ਨੇ। ਸੋ ਇਹਨਾਂ ਚੀਜ਼ਾਂ ਕਰਕੇ ਮੈਨੂੰ ਨਹੀਂ ਲੱਗਦਾ ਸਾਨੂੰ ਟੁੱਟਣਾ ਚਾਹੀਦਾ। ਬੜਾ ਵੱਡਾ ਇਲਜ਼ਾਮ ਆਉਂਦਾ ਹੈ ਕਿ ਵੀ ਕਿਸਾਨ ਆਗੂਆਂ ਨੇ, ਜਿਹੜੇ ਲੋਕ ਵੀ ਉੱਥੇ ਜਾ ਰਹੇ ਨੇ, ਬੜੇ ਪੈਸੇ ਇਕੱਠੇ ਕੀਤੇ ਹੈਗੇ। ਡੋਨੇਸ਼ਨਸ ਦਾ ਸੱਚ ਕੀ ਹੈ? ਛੋਟੀ ਜੀ ਗੱਲ ਮੈਂ ਕਰਦੀ ਹਾਂ, ਮੈਨੂੰ ਨਹੀਂ ਪਤਾ ਵੀ ਕਿੰਨਾ ਨੇ ਕੀਤੇ ਆ। ਮੇਰੇ ਅਕਾਊਂਟ ਦਾ ਰਿਕਾਰਡ ਮਤਲਬ ਉਹਨਾਂ ਦਿਨਾਂ ਦਾ ਨਿਕਲ ਜੂਗਾ ਜਦੋਂ ਜ਼ਿਆਦਾ ਮਸਲਾ ਭਖਿਆ ਹੋਇਆ ਸੀਗਾ, ਕਿਉਂਕਿ ਮੇਰੇ ਪਰਿਵਾਰ ਨੇ, ਮੇਰੇ ਅਕਾਊਂਟ ਦੇ ਵਿੱਚੋਂ 2.5 ਨਹੀਂ, ਚਲੋ 2-2.5 ਲੱਖ ਰੁਪਏ, 2.5 ਤਾਂ ਮਿਨੀਮਮ ਹੋਊਗਾ ਜਿਹੜਾ ਮੇਰਾ ਉੱਥੇ ਸਿੱਧਾ ਲੱਗਿਆ। ਜਦੋਂ ਅਸੀਂ ਉੱਥੇ ਟਰਾਲੀ ਲੈ ਕੇ ਜਾਣੀ ਆ, ਤੁਹਾਨੂੰ ਕਿਸੇ ਨੇ ਦਿੱਤਾ? ਤੁਸੀਂ ਆਪਣੀ ਕਮਾਈ ਚੋਂ? ਨਹੀਂ, ਆਪਣੀ ਆ, ਮੈਂ ਆਪਣੀ ਕਹਿ ਰਹੀ ਹਾਂ, ਮੇਰੇ ਪਰਿਵਾਰ ਦੀ, ਮੇਰੇ ਭੈਣ ਭਾਈ ਨੇ, ਸਾਡਾ ਜਿੰਨਾ ਸਾਡਾ ਸਰਕਲ ਆ, ਸਾਡੇ ਪੈਸੇ ਲੱਗਦੇ ਆ, ਔਰ ਇਹ ਕੁਛ ਵੀ ਨਹੀਂ ਗੀ ਸਾਡੀ ਆਪਦੀ, ਤੇ ਅਸੀਂ ਕਿਸੇ ਤੋਂ ਫੰਡ ਨਹੀਂ ਲਿਆ, ਲੱਗਦੇ ਆ। ਇਹ ਅਕਾਊਂਟ ਦਾ ਰਿਕਾਰਡ ਨਿਕਲ ਜੂਗਾ, ਠੀਕ ਆ। ਜਿਹੜੇ ਲੋਕ ਇਹ ਗੱਲਾਂ ਬੋਲਦੇ ਆ ਕਿ ਧਰਨੇ ਤੇ ਜਾਂਦੇ, ਪਹਿਲਾਂ ਪਿੰਡਾਂ ਵਾਲਿਆਂ ਦੀ ਡਿਊਟੀ ਹੈ। ਦੇਖੋ, ਜਿਹੜੇ ਪਿੰਡ ਵਾਲੇ ਜਾ ਸਕਦੇ ਆ
ਠੀਕ ਆ, ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਇਹੋ ਜਿਹਾ ਵੀ ਉਹ ਨਹੀਂ ਜਾ ਸਕਦੇ ਹੈਗੇ ਤੇ ਉਹਨਾਂ ਨੂੰ ਠੀਕ ਆ ਵੀ ਤੁਸੀਂ ਫਾਈਨੈਂਸ਼ੀਅਲ ਹੈਲਪ ਕਰ ਦਿਓ ਦੂਜੇ ਦੀ, ਜਿਹੜੇ ਜਾ ਰਹੇ ਨੇ। ਹੁਣ ਜਦ ਉੱਥੇ ਜਾਣਾ ਹੈ, ਪਹਿਲੀ ਗੱਲ ਆਪਣਾ ਕੰਮ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ, ਤੇ ਜੇ ਧਰਨੇ ਤੇ ਬੈਠੇ ਹੋ ਤਾਂ ਕੋਆਪਰੇਸ਼ਨ ਦੋਨੋਂ ਚੀਜ਼ਾਂ ਦੀ ਆ, ਪੈਸੇ ਵੀ ਚਾਹੀਦੇ ਆ ਸਾਨੂੰ, ਤੇ ਪੈਸੇ ਆ। ਹੁਣ ਜੇ ਇੱਕ ਟਰਾਲੀ ਲੈ ਕੇ ਜਾ ਰਹੇ ਆ, ਜੇ ਇੱਕ ਮੋਹਾਲੀ ਤੋਂ ਹੀ ਟਰਾਲੀ ਲੈ ਕੇ ਜਾ ਰਹੇ ਆ ਤਾਂ ਵੀ 10,000 ਦੇ ਨੇੜੇ ਤੇੜੇ ਦਾ ਤੇਲ ਲੱਗ ਰਿਹਾ ਆ, ਠੀਕ ਆ, 10,000 ਦੇ ਨੇੜੇ ਦਾ ਸਿਰਫ ਤੇਲ ਜਾਣ ਦਾ ਲੱਗ ਰਿਹਾ ਆ ਘੱਟੋ ਘੱਟ। ਤੇ ਜਦੋਂ ਤੁਸੀਂ ਬਾਰ-ਬਾਰ ਟਰਾਲੀਆਂ ਲੈ ਕੇ ਜਾਣੀਆਂ, ਲੋਕ ਲੈ ਕੇ ਜਾਣੇ ਆ, ਹੁਣ ਸਾਰਾ ਦਾ ਰਾਸ਼ਨ ਫ੍ਰੀ ਨਹੀਂ ਆਉਂਦਾ ਹੈਗਾ, ਰਾਸ਼ਨ ਆ ਉਹ ਇੱਕ ਨਿੱਕੀ ਜਿਹੀ ਕਾਨਿਆਂ ਦੀ ਝੌਂਪੜੀ ਪਾਉਣ ਨੂੰ ਮੈਂ ਉਦੋਂ ਪੁੱਛਿਆ ਨਾ, ਕਿਉਂਕਿ ਸਾਡੀ ਤਾਂ ਚਲੋ ਟਰਾਲੀ ਆ ਨਾ, ਟਰਾਲੀ ਦੇ ਵਿੱਚ ਸਾਰਾ ਸੈਟਅਪ ਕੀਤਾ, ਮੈਂ ਪੁੱਛਿਆ ਝੌਂਪੜੀ ਕਿੰਨੇ ਕੁ ਦੀ ਬਣੂਗੀ, ਕਹਿੰਦਾ 25,000 ਦੀ, ਔਰ 25,000 ਦੀ ਝੌਂਪੜੀ ਦੇ ਵਿੱਚ 4 ਬੰਦਿਆਂ ਨੇ ਸੌਣਾ, ਤੇ ਉੱਥੇ ਐਡੀਆਂ ਐਡੀਆਂ ਝੌਂਪੜੀਆਂ, ਇੰਨਾ ਕੁਛ ਆ ਮੇਨਟੇਨ ਕਰਨਾ, ਫਿਰ ਮੀਂਹ ਆ ਗਿਆ ਫਿਰ ਉੱਡ ਗਈ, ਸੌਖਾ ਥੋੜੀ ਨਾ ਹੈਗਾ ਆ। ਇੱਕ ਨਵਾਂ ਪਿੰਡ ਵਸਾਇਆ, ਆਪਣਾ ਘਰ ਵਸਾਉਣਾ ਸੌਖਾ ਥੋੜੀ ਨਾ ਹੈਗਾ ਆ। ਸੋ ਇਹ ਬਿਨਾਂ ਗੱਲ ਤੋਂ ਲੁੱਟ ਰਿਹਾ, ਕਿਹਨੇ ਮਦਦ ਕੀਤੀ ਆ? ਕਿਸੇ ਨੇ ਮਦਦ ਨਹੀਂ ਕੀਤੀ। ਕਹਿੰਦੇ ਵੀ ਉੱਥੇ ਲੰਗਰ ਚੱਲ ਰਹੇ ਨੇ, ਇੰਨਾ ਪੈਸਾ ਬਰਬਾਦ ਹੋ ਰਿਹਾ ਹੈਗਾ। ਤੇ ਲੰਗਰ ਦਾ ਹੁਣ ਗੁਰਦੁਆਰਿਆਂ 'ਚ ਲੰਗਰ ਨਹੀਂ ਚੱਲਦੇ ਕਿ ਗੁਰੂ ਘਰਾਂ 'ਚ ਲੰਗਰ ਨਹੀਂ ਚੱਲਦੇ? ਗੁਰੂ ਸਾਹਿਬ ਨੇ ਲੰਗਰ ਪ੍ਰਥਾ ਭੁੱਖੇ ਨੂੰ ਅੰਨ ਦੇਣ ਲਈ ਦਿੱਤੀ ਸੀਗੀ, ਤੇ ਉੱਥੇ ਸਾਡੇ ਜੇ ਲੋਕ ਬੈਠੇ ਲੰਗਰ ਚੱਲਦਾ ਕੀ ਮਾੜਾ? ਰਵੀ ਸਿੰਘ ਖਾਲਸਾ ਨੇ ਤਾਂ ਨਹੀਂ ਕਦੇ ਕਿਹਾ ਕਿ ਮੈਂ ਕਿਸਾਨ ਅੰਦੋਲਨ ਦੇ ਵਿੱਚ ਸਾਥ ਨਹੀਂ ਦੇਣਾ, ਹੇਮਕੁੰਟ ਸੁਸਾਇਟੀ ਨੇ ਨਹੀਂ ਕਦੇ ਵੀ ਕਿਹਾ, ਜਾਂ ਕਦੇ ਆਪਣੇ ਹੈਗੇ ਆ ਉਹ ਬਹੁਤ, ਉਹਨਾਂ ਨੇ ਵੀ ਬਹੁਤ ਜ਼ਿਆਦਾ ਟਾਇਲਟ ਇੰਸਟਾਲ ਕੀਤੀਆਂ, ਯੂਨਾਈਟਿਡ ਸਿਕਸ ਨੇ ਕੀਤੀ, ਹਾਂਜੀ ਉਹਨਾਂ ਨੇ ਕੀਤੀਆਂ ਆਪਣੇ, ਮੈਨੂੰ ਸਰ ਦਾ ਨਾਮ ਨਹੀਂ ਯਾਦ ਆ ਰਿਹਾ, ਉਹ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਆ ਕੰਮ, ਉਬਰਾਏ ਜੀ ਨੇ, ਕਿਹਨੇ ਨਹੀਂ ਕੀਤਾ? ਠੀਕ ਹੈ ਨਾ, ਕਹਿਣ ਦੀਆਂ ਗੱਲਾਂ ਨੇ, ਜਾਣ ਬੁੱਝ ਕੇ ਮਤਲਬ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ, ਤੋੜਨ ਦੀਆਂ। ਮੈਂ ਪਿੱਛੇ ਜੇ ਵੀ ਇੱਕ ਪੋਸਟ ਪੜ੍ਹੀ, ਕਿਸੇ ਨੇ ਕਿਹਾ ਕਿ ਕਿਸਾਨ ਆਗੂ ਪੈਸੇ ਇਕੱਠੇ ਕਰ ਰਹੇ ਨੇ। ਕਿਸਾਨ ਆਗੂਆਂ ਨੇ ਜੇ ਪੈਸੇ, ਪਹਿਲੀ ਗੱਲ ਆ ਕਿ ਮੈਨੂੰ ਨਹੀਂ ਪਤਾ ਹੈਗਾ ਵੀ ਕਿੰਨੇ ਕੁ ਪੈਸੇ ਇਕੱਠੇ ਕੀਤੇ, ਗੱਲ ਆ ਇਹੋ ਜਿਹੀਆਂ ਚੀਜ਼ਾਂ ਵੀ ਹੋਈਆਂ ਕਿ ਜਦੋਂ ਅੰਦੋਲਨ ਚੱਲਿਆ, ਦਲਜੀਤ ਦੋਸਾਂਝ ਨੇ ਬੋਲਤਾ ਕਿ ਮੈਂ 2 ਕਰੋੜ ਰੁਪਈਆ ਦੇ ਕੇ ਆਊਂ, ਪਤਾ ਕਰ ਲਿਓ ਕੀ 2 ਕਰੋੜ ਰੁਪਈਆ ਸੱਚੀ ਆ ਗਿਆ। ਢੱਡਰੀ ਵਾਲੇ ਬੋਲ ਕੇ ਆ ਗਏ ਕਿ ਮੈਂ ਪੈਸੇ, ਇਹਨਾਂ ਦੇ ਤਾਂ ਦੋਨਾਂ ਦਾ ਮੈਨੂੰ ਕਲੀਅਰ ਆ, ਕਿਉਂਕਿ ਬਾਰ-ਬਾਰ ਸਟੇਜ ਤੋਂ ਬੋਲਿਆ ਗਿਆ ਬਾਈ ਜੀ ਇਹ ਬੋਲ ਕੇ ਗਏ ਸੀ ਪੈਸੇ ਦੇ ਦਿਓ, ਨਹੀਂ ਆਏ। ਰਿਕਾਰਡ ਕਢਾਉਣ, ਜਿਹੜੇ ਬੋਲ ਰਹੇ ਆ ਰਿਕਾਰਡ ਕਢਾਉਣ। ਮੈਂ ਕਿਸੇ ਦੇ ਐਲੀਗੇਸ਼ਨ ਨਹੀਂ ਲਾ ਰਹੀ, ਉਹਨਾਂ ਨੇ ਹੋ ਸਕਦਾ ਕਿਤੇ ਹੋਰ ਦੇਤੇ ਹੁਣ, ਪਰ ਚੈੱਕ ਜਿਹੜੇ ਬੋਲ ਕੇ ਗਏ ਆ ਬਾਅਦ 'ਚ ਪੈਸੇ ਨਹੀਂ ਗਏ, ਥੋੜੇ ਬਹੁਤ ਗਏ ਹੋ ਸਕਦੇ ਆ, ਪਰ ਜਿੰਨੇ ਬੋਲੇ ਉਹਨੇ ਨਹੀਂ ਗਏ। ਲੋਕ ਅਨਾਊਂਸ ਕਰਾ ਦਿੰਦੇ ਆ ਟੌਰ ਦੇ ਮਾਰੇ, ਪੈਸੇ ਨਹੀਂ ਜਾਂਦੇ। ਆਪਾਂ ਵਿਆਹਾਂ ਸ਼ਾਦੀਆਂ 'ਚ ਦੇਖੇ ਨਹੀਂ, ਉਹਨੂੰ ਬੋਲਦੇ ਰਹਿੰਦੇ ਆ ਲਾੜੇ ਦੇ ਭਰਾ ਵੱਲੋਂ ਇੰਨੇ ਪੈਸੇ, ਇਹਦੇ ਵੱਲੋਂ ਫਲਾਣੇ ਵੱਲੋਂ ਇੰਨੇ ਪੈਸੇ, ਤੇ ਅਸਲ ਦੇ ਵਿੱਚ ਪੈਸੇ ਗਏ ਨਹੀਂ ਹੁੰਦੇ। ਉਹ ਚੀਜ਼ ਉੱਥੇ ਹੋਈ ਆ। ਬਹੁਤ ਚੀਜ਼ਾਂ ਹੋਈਆਂ ਕਿ ਬਹੁਤ ਜਣਿਆਂ ਨੇ ਬੋਲਿਆ ਸੀ ਆਹ ਕਰਦਾ ਸੀ ਉਹ ਕਰਦਾ, ਪਰ ਅਸਲ ਦੇ ਵਿੱਚ ਫਾਈਨੈਂਸ਼ੀਅਲ ਏਡ ਨਹੀਂ ਹੋਈ ਤੇ ਅਸਲ ਦੇ ਵਿੱਚ ਫਿਰ ਕੁਛ ਨਾ ਕੁਛ ਤਾਂ ਕਰਨਾ ਪਊਗਾ। ਮੈਂ ਜੇ ਇੱਧਰ ਦੇਖੋ, ਇਹ ਸੀਗਾ ਕਿ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਨਹੀਂ ਹੈਗੇ ਉਹ ਦੇਣਗੇ। ਮੈਂ ਆਪ ਬੈਠੀ ਸੀਗੀ, ਪਰ ਮੈਨੂੰ ਪਤਾ ਮੇਰੇ ਪਰਿਵਾਰ ਦੇ ਮੈਂਬਰ ਕੈਨੇਡਾ ਨੇ, ਤਾਂ ਉਹਨਾਂ ਨੇ ਆਪਦੇ ਵੱਲੋਂ ਫਾਈਨੈਂਸ਼ੀਅਲ ਏਡ ਦਿੱਤੀ ਆ, ਪਿੰਡ ਦੇ ਵਿੱਚ ਦਿੱਤੀ ਆ। ਮੇਰੇ ਪਿੰਡ ਤੋਂ ਵੀ ਰਿਕਾਰਡ ਮਿਲ ਜੂਗਾ। ਬਣਦਾ, ਸਾਡਾ ਫਰਜ਼ ਬਣਦਾ ਸੀ ਦੇਵਾਂਗੇ। ਇਹ ਸਾਡਾ ਇਕੱਲੇ ਦਾ ਅੰਦੋਲਨ, ਜਿੱਦਣ ਜਿੱਤ ਕੇ ਆਉਣਗੇ ਤਾਂ ਜਿਨ੍ਹਾਂ ਨੇ ਪੈਸੇ ਦਿੱਤੇ ਫਾਇਦਾ ਤਾਂ ਉਹਨਾਂ ਦਾ ਵੀ ਹੋਣਾ ਆ। ਕਿ ਆਉਣ ਦੀ ਕੀ ਸੋਚਦੇ ਹੋ, ਕਿਸ ਤਰ੍ਹਾਂ ਜਿੱਤ ਕਿਸ ਤਰ੍ਹਾਂ ਆਏਗੀ? ਜਦੋਂ ਵੀ ਆਉਣਗੇ, ਜਿਵੇਂ ਵੀ ਆਉਣਗੇ। ਮੈਂ ਤਾਂ ਅੱਜ ਦੇਖੋ ਸਿੱਧੀ ਜੀ ਗੱਲ ਆ, ਲੰਬਾ ਹੋ ਗਿਆ ਆ, ਹੋਰ ਲੰਬਾ ਪਤਾ ਨਹੀਂ ਕਿੰਨਾ ਚੱਲਣਾ। ਸੰਯੁਕਤ ਮੋਰਚੇ ਦੇ ਨਾਲ ਸੀਗੇ, ਹੈਗੇ ਆ, ਰਹਾਂਗੇ। ਅੱਜ ਦੇਖੋ ਸਾਡੇ ਲੋਕ ਥੋੜੇ ਢੇਰੀ ਵੀ ਹੋ ਜਾਂਦੇ ਆ, ਠੀਕ ਆ, ਕੁਛ ਅਮੈਂਡਮੈਂਟ ਤੇ ਹੁੰਦੇ ਆ, ਕੋਈ ਕੁਛ ਵੀ ਹੁੰਦੇ ਆ। ਮੈਂ ਤਾਂ ਤੁਹਾਨੂੰ ਸਿੱਧੀ ਜੀ ਗੱਲ ਬੋਲਦੀ ਹਾਂ, ਜਿਸ ਚੀਜ਼ ਤੇ ਵੀ ਹਾਂ ਕਰਕੇ ਕਿਸਾਨ ਆਗੂ ਆਉਂਦੇ ਨੇ, ਜਿਹਦੇ ਨਾਲ ਸਾਨੂੰ ਪੱਕੀ ਸਾਡੀ ਖਰੀਦ, ਸਾਡੀਆਂ ਫਸਲਾਂ, ਸਾਡੀ ਫਸਲਾਂ ਦਾ ਡਿਵਰਸੀਫਿਕੇਸ਼ਨ, ਜੇ ਚੀਜ਼ਾਂ ਮਿਲਦੀਆਂ ਨੇ ਕਾਨੂੰਨ ਰੱਦ ਕਰਕੇ, ਤਾਂ ਉਹਨਾਂ ਦੇ ਨਾਲ ਪਹਿਲਾਂ ਵੀ ਸੀ, ਅੱਜ ਵੀ ਆ, ਡਟੇ ਆ, ਡਟੇ ਰਹਾਂਗੇ। ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ? ਮੈਂ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਵੀਰੋ ਭਰਾਵੋ ਭੈਣੋ ਜਿਹੜੇ ਵੀ ਹੈਗੇ ਆ, ਧਰਮ ਸਾਡਾ ਹੈਗਾ, ਸਾਡਾ ਧਰਮ ਖਤਰੇ 'ਚ ਉਦੋਂ ਹੁੰਦਾ ਆ ਜਦੋਂ ਅਸੀਂ ਆਪਣੀ ਗੁਰਬਾਣੀ ਨੂੰ ਪੜ੍ਹਨਾ ਛੱਡ ਦਾਂਗੇ, ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਵੈਲਿਊ ਕਰਨਾ ਛੱਡ ਦਾਂਗੇ। ਅਸੀਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਢੱਕ ਕੇ ਸਿਰ ਝੁਕਾਉਂਦੇ ਆ, ਝੁਕਾਉਂਦੇ ਰਹਾਂਗੇ, ਤੇ ਸਿਰਫ ਸਿਰ ਝੁਕਾਉਣਾ ਨਹੀਂ ਗਾ, ਉਸ ਗੁਰਬਾਣੀ ਨੂੰ ਪੜ੍ਹਨਾ ਆ। ਸਾਡੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਸੀਗੀ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੀ ਖਾਤਰ, ਤੇ ਸਾਡੇ ਧਰਮ ਨੇ ਕਦੇ ਵੀ ਸਾਨੂੰ ਸੌੜੀ ਸੋਚ ਲੈ ਕੇ ਚੱਲਣ ਲਈ ਨਹੀਂ ਕਿਹਾ, ਜਿਹੜੇ ਧਰਮ ਦੀ ਗੱਲ ਕਰਦੇ ਹਾਂ। ਸੋ ਸਾਡਾ ਇਸ ਸਮੇਂ ਧਰਮ ਇਹੀ ਆ ਕਿ ਅਸੀਂ ਕਿਸਾਨੀ ਹਿੱਤਾਂ ਲਈ ਲੜੀਏ। ਇਹ ਕਾਮਰੇਡ ਵਰਸਸ ਸਿੱਖ
ਲੜਾਈ ਨਹੀਂ ਹੈਗੀ, ਇਹ ਨੌਜਵਾਨ ਵਰਸਸ ਜਿਹੜੇ ਕਿਸਾਨ ਆਗੂ, ਇਹ ਲੜਾਈ ਨਹੀਂ ਹੈਗੀ। ਕਿਸਾਨ ਆਗੂ ਵੀ ਸਾਡੇ ਹੀ ਪਿਓ ਨੇ, ਜਿਹੜੇ ਬਜ਼ੁਰਗ ਨੇ ਉਹ ਸਾਡੇ, ਜਿਹੜੇ ਨੌਜਵਾਨ ਆ ਉਹਨਾਂ ਦੇ ਹੀ ਪਿਓ ਦਾਦੇ ਨੇ। ਸੋ ਕੁਛ ਕੁ ਨੌਜਵਾਨ ਹੋ ਸਕਦਾ ਕਿ ਉਲਟ ਹੋਣ, ਅਸੀਂ ਤਾਂ ਸਾਰੇ ਨਾਲ ਆ। ਬਾਕੀ ਜਿਹੜੇ ਕਹਿੰਦੇ ਆ ਕਿ ਆਜ਼ਾਦੀ ਹੀ ਹੱਲ ਆ, ਵੀਰੇ ਆਜ਼ਾਦੀ ਦੀ ਲੜਾਈ ਲੜ ਲਿਓ, ਬਹੁਤ ਲੰਬੀਆਂ ਲੜਾਈਆਂ, 100 ਸਾਲ ਚੱਲਦੀ ਆਜ਼ਾਦੀ ਦੀ ਲੜਾਈ। ਤਾਂ ਤੁਸੀਂ ਆ ਜਾਓ, ਤੁਸੀਂ ਕਿਉਂ ਕੈਨੇਡਾ ਅਮਰੀਕਾ 'ਚ ਬੈਠੇ ਹੋ, ਆਓ ਮੂਹਰੇ ਲੱਗੋ, ਅਸੀਂ ਤੁਹਾਡੇ ਪਿੱਛੇ ਲੱਗ ਜਾਂਗੇ। ਸਾਡੀਆਂ ਤਾਂ ਲੱਤਾਂ ਨਹੀਂ ਬਾਹਰ ਚੱਲਦੀਆਂ, ਤੁਹਾਡੀਆਂ ਤਾਂ ਚੱਲਦੀਆਂ ਨੇ, ਅੱਗੇ ਲੱਗੋ, ਆਪਣੇ ਬੱਚਿਆਂ ਨੂੰ ਵੀ ਲਿਆਓ, ਅਸੀਂ ਤੁਹਾਡੇ ਪਿੱਛੇ ਲੱਗਾਂਗੇ। आई थिंक इस तो बाद मेरा कुछ कहना बनता नहीं है एंड उम्मीद करते हैं कि होर 6 महीने बाद ਇਹੋ ਜਿਹੀ ਗੱਲ ਨਾ ਕਰ ਰਹੀ ਹੋਏ, ਸੋਲੂਸ਼ਨ ਨਿਕਲ ਆਏ। ਪਰ ਜੇ ਲੜਾਈ ਲੰਬੀ ਲੱਗੀ, ਮੈਨੂੰ ਲੱਗਦਾ ਅਸੀਂ ਕਮਜ਼ੋਰ ਹੋਵਾਂਗੇ। ਤੁਹਾਡੇ ਵਰਗੇ ਨੌਜਵਾਨ ਜਦ ਤੱਕ ਨਾਲ ਹੈਗੇ, ਅਸੀਂ ਕਮਜ਼ੋਰ ਨਹੀਂ ਹੋਵਾਂਗੇ ਤੇ ਲੜਾਂਗੇ ਤੇ ਜਿੱਤਾਂਗੇ। ਗੱਲ ਨੌਜਵਾਨਾਂ ਦੀ ਵੀ ਨਹੀਂ, ਗੱਲ ਇਹ ਆ ਕਿ ਜਦ ਤੱਕ ਸਾਡੇ ਬਜ਼ੁਰਗਾਂ ਦੇ ਉਹ ਹੌਸਲੇ ਬੁਲੰਦ ਨੇ ਨਾ, ਜਿਨ੍ਹਾਂ ਨੇ ਸਾਲ 2 ਸਾਲ ਨੂੰ ਚਲੇ ਜਾਣਾ, ਜਦ ਉਹ ਡਟੇ ਬੈਠੇ ਆ, ਜਿਨ੍ਹਾਂ ਦਾ ਅਸਲ ਦੇ ਵਿੱਚ ਕੋਈ ਨੁਕਸਾਨ ਹੋਣਾ ਨਹੀਂਗਾ, ਉਹ ਸਾਡੇ ਲਈ ਲੜ ਰਹੇ ਆ। ਪਰ ਸਾਡਾ ਤਾਂ ਫਰਜ਼ ਬਣਦਾ ਨਾ, ਨਹੀਂ ਨੌਜਵਾਨਾਂ ਤਾਂ ਜ਼ਰੂਰੀ ਹੈ ਜਾਣਾ, ਉਹੀ ਜ਼ਰੂਰੀ ਹੈ ਨਾ। ਇਹ ਸੋਚ ਕੇ ਆ ਕਿ ਜਦ ਤੱਕ ਤੁਹਾਡੇ ਵਰਗੇ ਨੌਜਵਾਨ ਬਜ਼ੁਰਗ ਵੀ ਸਟਰੋਂਗ ਰਹਿਣਗੇ ਤੇ ਲੜਾਈ ਵੀ ਜਿੱਤੀ ਜਾਏਗੀ। ਜਿੱਤਾਂਗੇ ਜਿੱਤਾਂਗੇ ਜਿੱਤਾਂਗੇ।